ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਖਬਰ ਸਭ ਤੋਂ ਪਹਿਲਾਂ ਉਹ ਜਿਹਦੇ ਨਾਲ ਪੂਰੇ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਹਿੱਲਦੀ ਨਜ਼ਰ ਆਈ। ਭਾਵੇਂ ਕਿ ਸਫਾਈਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀਆਂ, ਪਰ ਇਸ ਮਸਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਹੋਏਗੀ ਕਿ ਆਖਿਰਕਾਰ ਮਸਲਾ ਹੈ ਕਿ ਕੀ ਇਹ ਸਿਰਫ ਇੱਕ ਪੇਜ ਤੱਕ ਸੀਮਤ ਹੈ, ਇੱਕ ਛੋਟੇ ਜਿਹੇ ਐਗਰੀਮੈਂਟ ਤੱਕ ਸੀਮਤ ਹੈ, ਜਾਂ ਅੰਦਰ ਇਹਦੀਆਂ ਗੁੰਝਲਦਾਰ ਜਿਹੜੀਆਂ ਗੰਢਾਂ ਨੇ ਉਹ ਕੀ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਬਾਰ-ਬਾਰ ਇਹੀ ਸਵਾਲ ਉੱਠਦਾ ਹੈ ਕਿ ਆਖਿਰਕਾਰ ਅਸਲੀਅਤ ਕੀ ਆ। ਭਗਵੰਤ ਮਾਨ ਹੋਰੀ ਉੱਥੇ ਸਾਈਨ ਤਾਂ ਕਰ ਆਏ, ਗਿਣਤੀ ਦਾ ਇੱਕ ਪੇਜ ਸਾਹਮਣੇ ਆਇਆ, ਮੇਰੇ ਖਿਆਲ 'ਚ ਹੈ 2 ਪੇਜ ਹੀ, ਪਰ ਇਸ ਤੋਂ ਅੱਗੇ ਦੀ ਵੀ ਗੱਲ ਹੈ। ਜਿਹੜਾ ਸਾਰਾ ਦਿਨ ਇੱਕ ਮਤਲਬ ਕਿ ਮੈਮੋਰੈਂਡਮ ਵਾਇਰਲ ਹੁੰਦਾ ਰਿਹਾ, ਉਹਦੇ ਉੱਤੇ ਕੋਈ ਬੋਲਣ ਨੂੰ ਤਿਆਰ ਨਹੀਂ। ਉਹ ਕਹਿੰਦੇ ਨਹੀਂ, ਇਹ ਸਾਰਾ ਕੁਝ ਝੂਠ ਦਾ ਪਲੰਦਾ ਹੈ, ਵਿਰੋਧੀ ਆਪਣੀ ਮੰਜੀ ਥੱਲੇ ਸੋਟਾ ਮਾਰਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਾਹਮਣੇ ਆ ਕੇ ਸਫਾਈ ਦਿੱਤੀ, ਕਹਿੰਦੇ ਭਾਵੇਂ ਇਟਲੀ ਜਾਣਾ ਪਏ, ਪੰਜਾਬ ਨੂੰ ਇਹੋ ਜਿਹਾ ਬਣਾ ਦਾਂਗੇ, ਸਿਹਤ ਸਹੂਲਤਾਂ ਸਕੂਲਾਂ ਦਾ, ਸਰਕਾਰੀ ਸਕੂਲਾਂ ਦਾ ਇਹੋ ਜਿਹਾ ਹਾਲ ਕਰ ਦਾਂਗੇ ਕਿ ਤੁਹਾਡੇ ਬੱਚੇ ਜਿਹੜੇ ਨੇ ਉਹ ਵੱਡੇ ਵੱਡੇ ਅਫਸਰ ਬਣ ਕੇ ਨਿਕਲਣਗੇ, ਵਧੀਆ ਹਸਪਤਾਲਾਂ 'ਚ ਇਲਾਜ ਹੋਏਗਾ ਬਜ਼ੁਰਗਾਂ ਦਾ ਜਾਂ ਹੋਰ ਜਿਹੜੇ ਲੋਕਾਂ ਦਾ। ਦੇਖੋ ਸੁਖਵਿੰਦਰ, ਆਪਾਂ ਨੂੰ ਸਾਫ਼ ਪਤਾ ਕਿ ਜਿਸ ਦਿਨ ਪਹਿਲੇ ਦਿਨ ਮੀਟਿੰਗ ਕੇਜਰੀਵਾਲ ਦੇ ਨਾਲ ਚੀਫ ਸੈਕਟਰੀ ਦੀ ਤੇ ਸਾਡੇ ਇੱਕ ਹੋਰ ਸੈਕਟਰੀ ਦੀ ਤੇ ਨਾਲ ਹੀ PSPCL ਦੇ ਚੇਅਰਮੈਨ ਦੀ ਮੀਟਿੰਗ ਹੋਈ, ਸਾਰੇ ਪੰਜਾਬ 'ਚ ਰੌਲਾ ਪੈ ਗਿਆ ਕਿ ਆਹ ਕੀ ਹੋਇਆ ਵੀ। ਚੀਫ ਸੈਕਟਰੀ ਹੁਣ ਉੱਥੇ ਜਾ ਕੇ ਹਾਜ਼ਰੀ ਭਰੂਗਾ ਕੇਜਰੀਵਾਲ ਦੇ ਸਾਹਮਣੇ। ਕੇਜਰੀਵਾਲ ਉਹਦਾ ਚੀਫ ਮਿਨਿਸਟਰ ਹੈ ਜਾਂ ਭਗਵੰਤ ਮਾਨ ਚੀਫ ਮਿਨਿਸਟਰ ਹੈ? ਇਹ ਕਿਵੇਂ ਮੀਟਿੰਗ ਹੋਈ? ਇੰਨਾ ਰੌਲਾ ਪਾਇਆ, ਆਪਾਂ ਵੀ ਪਾਇਆ, ਇਸ ਗੱਲ ਦਾ ਬਣਦਾ ਵੀ ਸੀ। ਅਸੀਂ ਤੇ ਇਹ ਵੀ ਗੱਲ ਕਹੀ ਕਿ ਇਹ ਗਏ ਕਿਉਂ, ਇਹ ਕਿਸ ਹੈਸੀਅਤ ਦੇ ਵਿੱਚ ਉੱਥੇ ਗਏ, ਔਰ ਜੇ ਗਏ ਆ ਤੇ ਉਹ ਨਿੱਜੀ ਦੌਰਾ ਹੋਣਾ ਚਾਹੀਦਾ, ਸਰਕਾਰੀ ਦੌਰਾ ਨਹੀਂ ਹੋਣਾ ਚਾਹੀਦਾ, ਪੈਸੇ ਆਪਣੀ ਜੇਬ 'ਚੋਂ ਦੇਣ। ਇਸ ਕਿਸਮ ਦੀਆਂ ਗੱਲਾਂ ਚਰਚਾਵਾਂ ਚੱਲੀਆਂ। ਉਦੋਂ ਭਗਵੰਤ ਮਾਨ ਹੋਣਾ ਨੇ, ਤੁਹਾਨੂੰ ਯਾਦ ਹੈ ਕਿ ਸਫਾਈ ਦਿੱਤੀ ਸੀ ਕਿ ਸਾਨੂੰ ਚੰਗੇ ਵਿਚਾਰ ਕਿਤੇ ਵੀ ਲੈਣੇ ਚਾਹੀਦੇ ਹੋ। ਕੇਜਰੀਵਾਲ ਕੋ ਹੋਵੇ, ਕੇਰਲਾ ਦੀ ਗਵਰਨਮੈਂਟ ਕੋ ਹੋਵੇ, ਤਾਮਿਲਨਾਡੂ ਦੀ ਗਵਰਨਮੈਂਟ ਕੋ ਹੋਵੇ, ਇਜ਼ਰਾਈਲ 'ਚ ਹੋਵੇ, ਕਿਤੇ ਵੀ ਹੋਵੇ, ਅਸੀਂ ਸਾਰੀ ਜਗ੍ਹਾ ਜਾਵਾਂਗੇ। ਸਾਨੂੰ ਚੰਗੇ ਚੰਗੇ ਵਿਚਾਰ ਜਿਹੜੇ ਆ ਬਾਹਰੋਂ ਲਿਆ ਕੇ ਗੱਲਬਾਤ ਕਰਨੀ ਚਾਹੀਦੀ। ਕੋਈ ਨਹੀਂ, ਚੰਗੀ ਗੱਲ ਹੈ, ਚੰਗੇ ਵਿਚਾਰਾਂ ਦਾ ਫਲੋ ਤੇ ਅੱਜ ਤੋਂ 3000 4000 10000 ਸਾਲ ਪਹਿਲਾਂ ਤੋਂ ਹੋ ਹੀ ਗਿਆ। ਗ੍ਰੀਕ ਤੋਂ ਇੱਥੇ ਵਿਚਾਰ ਆਏ, ਸਾਡੇ ਵਿਚਾਰ ਉੱਥੇ ਗਏ। ਤੇ ਵਿਚਾਰਾਂ ਦਾ ਤੇ ਜਿਸ ਤਰੀਕੇ ਨਾਲ ਹਵਾ ਇਧਰੋਂ ਉਧਰ ਜਾਂਦੀ ਹੈ, ਉਧਰੋਂ ਇੱਧਰ ਆਉਂਦੀ ਹੈ, ਇਹ ਵਿਚਾਰ ਵੀ ਇੰਜ ਫਲੋ ਕਰਦੇ ਰਹਿੰਦੇ ਆ। ਇਹ ਕੋਈ ਤੁਹਾਨੂੰ ਮਨਾ ਨਹੀਂ ਕਰਦਾ। ਸਵਾਲ ਹੋਰ ਸੀ ਤੇ ਭਗਵੰਤ ਮਾਨ ਉਹਨੂੰ ਕਿਸੇ ਹੋਰ ਪਾਸੇ ਲੈ ਗਏ ਵੀ ਗਵਰਨਮੈਂਟ ਇਹ ਦਿੱਲੀ ਦੀ ਹੈ ਜਾਂ ਪੰਜਾਬ ਦੀ ਹੈ। ਕੀ ਪੰਜਾਬ ਦੇ ਜਿਹੜੀ ਚੀਫ ਮਿਨਿਸਟਰ ਆ ਉਹ ਆਪਣੀ ਅਫਸਰਸ਼ਾਹੀ ਨੂੰ, ਆਪਣੀ ਪੁਲਿਸ ਨੂੰ ਆਪ ਚਲਾਉਣ ਦੇ ਸક્ષਮ ਹੈ ਕਿ ਇਹਨਾਂ ਨੂੰ ਬਾਰ-ਬਾਰ ਦਿੱਲੀੋਂ ਜਾ ਕੇ ਕੋਈ ਇਜਾਜ਼ਤ ਲੈਣੀ ਪਊਗੀ ਜਾਂ ਉਹਨਾਂ ਦੇ ਰਾਹੀਂ ਪੰਜਾਬ ਨੂੰ ਚਲਾਉਣਾ ਪਊ? ਆਹ ਲੋਕਾਂ ਦਾ ਸਵਾਲ ਸੀ। ਉਹ ਅਜੇ ਚਰਚਾ ਤੇ ਸ਼ੱਕ ਤੇ ਸੀ। ਅਸੀਂ ਤਾਂ ਬਹੁਤ ਦੇਰ ਪਹਿਲਾਂ ਤੋਂ ਜਾਣਦੇ ਹਾਂ, 8 ਸਾਲ ਪਹਿਲਾਂ ਤੋਂ ਜਾਣਦੇ ਹਾਂ ਵੀ ਕੇਜਰੀਵਾਲ ਕੀ ਚਾਹੁੰਦਾ, ਕੀ ਉਹਦੇ ਸੁਪਨੇ ਆ, ਕਿਹਨੂੰ ਠਿੱਬੀ ਮਾਰਨਾ ਚਾਹੁੰਦਾ, ਕਿਹਨੂੰ ਅੱਗੇ ਲਿਆਉਣਾ ਚਾਹੁੰਦਾ, ਕਿਉਂ ਲਿਆਉਣਾ ਚਾਹੁੰਦਾ। ਇਹ ਤੇ ਐ ਜਿਵੇਂ ਪੰਡਿਤ ਹੱਥ ਵੇਖ ਕੇ ਸਾਰਾ ਦੱਸ ਦਿੰਦੇ ਨਾ। ਅਸੀਂ ਤੇ ਹੱਥ ਵੀ ਨਹੀਂ ਵੇਖਦੇ, ਸਾਡੇ ਕੋਲ ਵੈਸੇ ਹੀ ਪੁੱਛ ਲਓ। ਅਸੀਂ ਕਿਹੜਾ ਕੇਜਰੀਵਾਲ ਦਾ ਹੱਥ ਵੇਖਿਆ ਤੇ ਸਾਰਾ ਦੱਸ ਦਿਆਂਗੇ ਕਿ ਉਹ ਕਿਹੜੀ ਚੀਜ਼ ਹੈਗੀ ਆ, ਕਿਉਂਕਿ ਇਹਦੇ ਪਿੱਛੇ ਕਈ ਕਹਾਣੀਆਂ ਆ ਜਿਹੜੀਆਂ ਇੱਥੇ TV ਤੇ ਸਾਰੀਆਂ ਗੱਲਾਂ ਸ਼ੇਅਰ ਨਹੀਂ ਕੀਤੀਆਂ ਜਾ ਸਕਦੀਆਂ। ਨਾ ਇੰਨਾ ਟਾਈਮ ਹੁੰਦਾ, ਨਾ ਉਹਨਾਂ ਦੀ ਲੋੜ ਹੁੰਦੀ ਹੈ। ਹੁਣ ਤੇ ਬਿੱਲਾ ਜਿਹੜਾ ਨਾ ਬਸਤੇ ਚੋਂ ਬਾਹਰ ਆ ਗਿਆ, ਜਾਨੀ ਥੈਲੇ ਚੋਂ ਬਾਹਰ ਆ ਗਿਆ। ਉਹ ਤੇ ਬਿਲਕੁਲ ਹੀ ਸਾਫ਼ ਹੀ ਹੋ ਗਿਆ ਵੀ ਹੋਣਾ ਕੀ ਆ। ਗੱਲ ਸਾਰੀ ਇਹ ਲੇਟੈਸਟ ਇੰਜ ਚੱਲੀ ਵੀ ਅੱਜ ਇੱਕ ਜਲੰਧਰ ਤੋਂ ਵਰਨੈਕੂਲਰ ਪੇਪਰ ਦੇ ਵਿੱਚ ਖਬਰ ਲੱਗ ਗਈ। ਖਬਰ ਕੀ ਸੀ ਵੀ ਸਾਡੇ ਕੋਲ ਇੱਕ ਡਰਾਫਟ ਆਇਆ ਜਿਹਦੇ ਤਹਿਤ ਦਿੱਲੀ ਔਰ ਪੰਜਾਬ ਸਰਕਾਰ ਦਾ ਆਪਸੀ ਸਮਝੌਤਾ ਹੋ ਰਿਹਾ। ਉਹਦੇ ਵਿੱਚ ਦਿੱਲੀ ਸਰਕਾਰ ਦੇ ਇੱਥੇ ਅਫਸਰ ਆਇਆ ਕਰਨਗੇ, ਮਿਨਿਸਟਰ ਆਇਆ ਕਰਨਗੇ, ਹੋਰ ਵੀ ਕੋਈ ਜਿਹਨੂੰ ਵੀ ਉਹ ਭੇਜਣਾ ਚਾਹਣ। ਇੱਥੇ ਉਧਰੋਂ ਸਰਕਾਰੀ ਖਰਚਾ ਹੋਏ ਜਾਂ ਇਹ ਪੰਜਾਬ ਦੇ ਭਗਵੰਤ ਮਾਨ ਤੋਂ, ਕਿਉਂਕਿ ਜੇ ਨੌਲੇਜ ਲੈਣੀ ਹੈ ਤੇ ਖਰਚਾ ਤੇ ਇਹਨਾਂ ਨੂੰ ਕਰਨਾ ਪਊਗਾ। ਫਿਰ ਇਹ ਤੇ ਗੱਲ ਹੈ ਹੀ। ਤੇ ਇਹ ਫਿਰ ਉਹਨਾਂ ਨੂੰ ਟਿਕਟਾਂ ਬਾਈ ਏਅਰ, ਫਿਰ ਉਹਨਾਂ ਦੇ ਨਿਆਣਿਆਂ ਨੂੰ, ਹੋਰਨਾਂ ਨੂੰ, ਪਰਿਵਾਰਾਂ ਨੂੰ ਚੰਗੇ ਹੋਟਲਾਂ 'ਚ ਰੱਖ ਕੇ ਸੈਰ ਸਪਾਟਾ। ਉਹਨਾਂ ਨੂੰ ਆਦਤ ਬਹੁਤ ਪਈ ਹੋਈ ਆ ਆਮ ਆਦਮੀ ਪਾਰਟੀ ਵਾਲਿਆਂ ਨੂੰ। ਅੱਗੇ ਵੀ ਇੱਥੋਂ ਸਲੀਪਰ ਜੇ ਪਾ ਕੇ ਆਉਂਦੇ ਸੀ ਤੇ ਜਹਾਜ਼ਾਂ ਦੀਆਂ ਟਿਕਟਾਂ ਲੈ ਕੇ, ਨਵੇਂ ਜੋੜੇ ਤੇ ਨਾਈਕੀ ਦੇ ਬੂਟ ਸਾਰੇ ਇੱਥੋਂ ਲੈ ਕੇ ਜਾਂਦੇ। ਇਹ ਅੱਜ ਤੋਂ ਮੈਂ 6-7 ਸਾਲ ਪਹਿਲਾਂ, 8 ਸਾਲ ਪਹਿਲਾਂ ਦੀਆਂ ਗੱਲਾਂ ਤੁਹਾਨੂੰ ਦੱਸ ਰਿਹਾ। ਉਹਨਾਂ ਦੀਆਂ ਆਦਤਾਂ ਬਹੁਤ ਵਿਗੜੀਆਂ ਕਿ ਪੰਜਾਬ ਵਾਲੇ ਬੇਵਕੂਫ ਆ, ਪੈਸਾ ਇਹਨਾਂ ਕੋਲ ਬਹੁਤ ਆ, ਭੋਲੇ ਆ, ਜਦੋਂ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਇਹਨਾਂ ਨੂੰ ਲੁੱਟੀ ਚੱਲੋ। ਹੁਣ ਤੇ ਸਰਕਾਰ ਹੀ ਆਪਣੀ ਬਣ ਗਈ, ਹੁਣ ਤੇ ਦੋਵੇਂ ਹੱਥੀ ਲੁੱਟੋ। ਇਸ ਮਨਸ਼ਾ ਦੇ ਨਾਲ, ਇਸ ਨੀਅਤ ਦੇ ਨਾਲ ਇਹ ਗੱਲਾਂ
ਅੰਦਰੋਂ ਅੰਦਰੀ ਚੱਲ ਰਹੀਆਂ ਸੀ ਔਰ ਉਹ ਜਿਹੜਾ ਡਰਾਫਟ ਬਣਿਆ ਉਹ ਹੈਗਾ 8 ਪੇਜ ਦਾ ਡਰਾਫਟ ਜੀ ਜਿਹੜਾ ਪਹਿਲਾ ਸਰਕੂਲੇਟ ਹੋਇਆ, ਜਿਹਦੇ ਆਧਾਰ ਤੇ ਭਾਂਡਾ ਫੁੱਟਿਆ ਔਰ ਉਹ ਪਬਲਿਕ ਦੇ ਵਿੱਚ ਆ ਗਿਆ ਕਿ ਆਹ ਕੋਈ ਡਰਾਫਟ ਹੈਗਾ ਜਿਹਦੇ ਦਸਤਖਤ ਅੱਜ ਹੋਣੇ ਸੀਗੇ। ਉਹ ਡਰਾਫਟ ਉਹ ਬਿਲਕੁਲ ਚੰਗੇ ਪੁਖਤਾ ਕਿਸੇ ਵਕੀਲ ਤੋਂ ਚੰਗੀ ਇੱਕ ਟੀਮ ਨੇ ਡਰਾਫਟ ਕੀਤਾ ਹੋਇਆ। ਉਹਦੇ 8 ਪੇਜ ਆ ਔਰ 11 ਕਲੌਜ਼ ਬਣਾਈਆਂ, ਆਰਟੀਕਲ 1 2 3 ਤੋਂ ਲੈ ਕੇ 11 ਤੱਕ। ਉਹਦੇ 'ਚ ਲਿਖਿਆ ਕੀ ਆ? ਪਹਿਲੇ ਪੇਜ ਤੇ ਇਹ ਲਿਖਿਆ ਕਿ ਪੰਜਾਬ ਦਾ ਔਰ ਦਿੱਲੀ ਦੇ ਲੋਕਾਂ ਦਾ ਇਤਿਹਾਸਕ ਸਬੰਧ ਰਿਹਾ, ਬੜਾ ਪਿਆਰ ਵਾਲਾ ਰਿਸ਼ਤਾ ਰਿਹਾ, ਬਹੁਤ ਹੀ ਇੱਕ ਦੂਜੇ ਦੇ ਨਿੱਘੇ ਇੰਜ ਮਤਲਬ ਚੰਗੀਆਂ ਗੱਲਾਂ। ਇਸ ਕਰਕੇ ਅਸੀਂ ਉਸ ਨੂੰ ਅੱਗੇ ਤੋਰਦੇ ਹੋਏ ਔਰ ਪੁਰਾਣੇ ਇਹਨਾਂ ਦੀ ਨੇੜਤਾ ਨੂੰ, ਇਤਿਹਾਸਕ ਤੇ ਸੱਭਿਆਚਾਰਕ ਤੇ ਸਮਾਜਿਕ ਸਾਂਝ ਨੂੰ ਅੱਗੇ ਤੋਰਦੇ ਹੋਏ ਹੋਰ ਕਰਾਂਗੇ। ਇੱਕ ਗੱਲ ਮੰਨ ਲਓ, ਇਹ ਤੇ ਸਾਨੂੰ ਪਹਿਲੇ ਪੇਜ ਤੋਂ ਵੀ ਇੰਜ ਮੈਨੂੰ ਲੱਗਾ ਵੀ ਆਹ ਸਾਡੇ ਚੰਗਾ ਮੂੰਹ ਤੇ ਚਪੇੜ ਮਰਵਾਈ ਆ ਭਗਵੰਤ ਮਾਨ ਨੇ ਕੇਜਰੀਵਾਲ ਕੋਲੋਂ ਵੀ ਅਸੀਂ ਆ ਹੁਣੇ ਹੀ ਤੇ ਪ੍ਰਧਾਨ ਮੰਤਰੀ 400 ਸਾਲਾ ਜਿਹੜਾ ਦਿਨ ਮਨਾ ਕੇ ਗੁਰੂ ਤੇਗ ਬਹਾਦਰ ਜੀ ਦੀ ਬਰਸੀ ਮਨਾ ਕੇ ਉੱਥੇ ਲਾਲ ਕਿਲੇ ਤੋਂ ਆਏ ਆ। ਤੇ ਕੌਣ ਨਹੀਂ ਜਾਣਦਾ ਕਿ ਗੁਰੂ ਤੇਗ ਬਹਾਦਰ ਜੀ ਸ਼ਹੀਦ ਕਿੱਥੇ ਹੋਏ ਸੀ? ਕੌਣ ਨਹੀਂ ਜਾਣਦਾ ਦਿਆਲਾ ਨੂੰ ਕਿਵੇਂ ਜਿਹੜੇ ਨਾਲ ਸਿੰਘ ਗਏ ਸੀ ਉਹਨਾਂ ਨੂੰ ਕਿਵੇਂ ਉਬਲਦੀ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਸੀਗਾ। ਇਹ ਦਿੱਲੀ ਨਾਲ ਸਾਡੀਆਂ ਕਿਹੜੀਆਂ ਸਾਂਝਾਂ ਬਈ ਜਿਹੜੀਆਂ ਇਹਨਾਂ ਨੂੰ ਲੱਗੀਆਂ ਕਿ ਬਹੁਤ ਪਿਆਰ ਇਤਿਹਾਸਕ ਸਾਂਝ ਹੈ ਦਿੱਲੀ ਦੇ ਨਾਲ ਪੰਜਾਬ ਦੀ। ਇਹ ਜੇ ਲਿਖਿਆ ਹੁੰਦਾ ਵੀ ਇਤਿਹਾਸਕ ਲੜਾਈ ਰਹੀ ਹੈ ਤੇ ਕੋਈ ਮੰਨ ਜਾਂਦਾ ਵੀ ਹੁਣ ਆਪਾਂ ਉਹ ਲੜਾਈ ਮਿਟਾਉਣੀ ਆ, ਫਿਰ ਇੰਜ ਲਿਖਦੇ ਤੇ ਗੱਲ ਕੋਈ ਸਮਝ ਪੈਂਦੀ। ਪਰ ਤੁਸੀਂ ਹੋਰ ਹੀ ਪਾਸੇ ਗੱਲਾਂ ਨੂੰ ਕਰੀ ਤੁਰੀ ਜਾਂਦੇ ਆ ਹੁਣੇ ਹੀ ਤੇ 1.25 ਸਾਲ ਕੇਜਰੀਵਾਲ ਜੀ ਤੁਹਾਡੀਆਂ ਬਰੂਹਾਂ ਤੇ ਕਿਸਾਨ ਬੈਠ ਕੇ ਆਏ ਆ, ਤੁਸੀਂ ਮੂੰਹ 'ਚ ਘੁੰਗਣੀਆਂ ਪਾ ਛੱਡੀਆਂ, ਇੱਕ ਰੈਲੀ ਨਹੀਂ ਉਹਨਾਂ ਦੇ ਹੱਕ 'ਚ ਕੀਤੀ ਤੇ ਉਹ ਧੱਕੇ ਖਾਂਦੇ ਰਹੇ, ਮੱਛਰ ਵੱਢਦਾ ਰਿਹਾ, ਜੋ ਵੀ ਸਾਰਾ ਕੁਝ 733 ਕਿਸਾਨ ਸ਼ਹੀਦ ਹੋ ਕੇ ਤੁਸੀਂ ਕੀ ਕੀਤਾ ਉਹਨਾਂ ਦੇ ਲਈ? ਉਹਨਾਂ ਦੇ ਹੱਕ 'ਚ ਉੱਥੇ ਕੁਝ ਨਹੀਂ ਕੀਤਾ ਹੈਗਾ। ਮੈਂ ਇੰਨਾ ਹੀ ਕਹੂੰਗਾ ਕਿ ਸੁਖਵਿੰਦਰ ਉਹ ਜਿਹੜੀ ਟੋਟਲ ਬੈਕਗ੍ਰਾਉਂਡ ਨੂੰ ਜੇ ਤੁਸੀਂ ਸਮਝੋਗੇ ਤੇ ਇਹ ਜਿਹੜਾ ਸਮਝੌਤਾ ਉਸੇ 'ਚ ਕੀਤਾ ਕਿ ਹੁਣ ਸਰਕਾਰ ਬਣ ਗਈ ਹੈ, 92 ਲੋਕ ਆ ਗਏ ਆ, ਹੁਣ ਇਹਨਾਂ ਨੂੰ ਦਿੱਲੀੋਂ ਕਿਵੇਂ ਚਲਾਉਣਾ ਉਸ ਤਰੀਕੇ ਨਾਲ ਚਲਾਇਆ ਜਾਏ। ਤੇ ਜਿਹੜਾ ਆਰਟੀਕਲ 1 ਦੇ ਵਿੱਚ ਫਿਰ ਪਹਿਲਾਂ ਹੀ ਲਿਖਿਆ ਵੀ ਖੇਤੀ ਦੇ ਮਾਮਲੇ 'ਚ ਅਸੀਂ ਇੱਕ ਦੂਜੇ ਨੂੰ ਸਾਂਝ ਕਰਾਂਗੇ। ਮੈਂ ਕਿਹਾ ਫਟਾਫਟ ਮੈਂ ਦੇਖਾਂ ਵੀ ਦਿੱਲੀ 'ਚ ਕੋਠਿਆਂ ਤੇ ਖੇਤੀ ਕਰਦੇ ਆ, ਵੀ ਦਿੱਲੀ ਦੇ ਸ਼ਹਿਰ ਆ, ਵੀ ਖੇਤੀ ਕਿੱਥੇ ਆ? ਉਹਦੇ 'ਚ 21,000 ਫਾਰਮਰ ਨਿਕਲੇ ਸਾਰੇ, 21,000 ਹਾਊਸ ਹੋਲਡ ਸਾਰੇ ਹੀ ਆ ਤੇ ਮੇਰਾ ਖਿਆਲ 29,000 ਹੈਕਟੇਅਰ ਸਾਰੀ ਜ਼ਮੀਨ ਹੈ ਜਿਹੜੀ ਵਾਹੀ ਯੋਗ ਆ। ਬਾਕੀ ਦਿੱਲੀ ਜਿਹੜੀ ਆ ਉਹ ਦਿੱਲੀ ਹੈ, ਸਾਨੂੰ ਸਾਰਿਆਂ ਨੂੰ ਪਤਾ ਦਿੱਲੀ 'ਚ ਖੇਤੀ ਕਿੱਥੋਂ ਹੋਣੀ ਹੈ? ਸੜਕਾਂ ਤੇ ਖੇਤੀ ਕਰਨੀ। ਇਹ ਜੀ ਪੰਜਾਬ ਦੀ ਖੇਤੀ ਨਾਲ ਸਾਂਝ ਕਰਾਂਗੇ, ਜਾਣੀ ਇੱਥੋਂ ਮਾਲ ਲੁੱਟਾਂਗੇ ਤੇ ਦਿੱਲੀ ਨੂੰ ਲਿਜਾਵਾਂਗੇ। ਇਹ ਪਹਿਲਾ। ਫਿਰ ਅੱਗੇ 18 ਡਿਪਾਰਟਮੈਂਟਾਂ ਦਾ ਇੱਕ ਦੂਜੇ 'ਚ ਦਾਨ ਪ੍ਰਦਾਨ ਹੋਊਗਾ, ਜਾਣੀ 18 ਦੇ ਤੇ ਸਾਰੇ ਹੀ ਆ ਗਏ। ਉਹਦੇ 'ਚ ਹੈਲਥ ਵੀ ਆ ਗਿਆ, ਸਿੱਖਿਆ ਵੀ ਆ ਗਈ, ਪਾਵਰ ਵੀ ਆ ਗਈ, ਇੰਡਸਟਰੀ ਵੀ ਆ ਗਈ, SC ST ਸੋਸ਼ਲ ਵੈਲਫੇਅਰ ਸਾਰਾ ਕੁਝ ਆ ਗਿਆ। 18 ਡਿਪਾਰਟਮੈਂਟ ਬਹੁਤ ਹੁੰਦੇ, 18 ਤੇ ਮਿਨਿਸਟਰੀਆਂ ਨਹੀਂ ਸਾਡੇ ਜਿੰਨੇ ਡਿਪਾਰਟਮੈਂਟ ਉਸ ਸਮਝੌਤੇ 'ਚ ਲਿਖ ਦਿੱਤੇ। ਤੇ ਅਗਲੀ ਦੇਖੋ ਚਲਾਕੀ, ਕਿਉਂਕਿ ਕੇਜਰੀਵਾਲ ਹੈ ਨਾ, ਤੇ ਅਗਲੀ ਚਲਾਕੀ ਹੈ ਕਿ 19ਵਾਂ ਇਹ ਲਿਖ ਦਿੱਤਾ ਵੀ ਜੇ ਕੋਈ ਬਚਿਆ ਖੁਚਿਆ ਤੇ ਉਹ ਵੀ ਅਸੀਂ ਲੈ ਸਕਦੇ ਹਾਂ ਇਹਦੇ ਵਿੱਚ, ਜਾਣੀ ਓਪਨ ਕਰਤਾ ਕਿ ਸਾਰਾ ਕੁਝ ਲੈ ਸਕਦੇ। ਇਸੇ ਤਰੀਕੇ ਨਾਲ ਹੀ ਅੱਗੇ ਲਿਖਿਆ ਕਿ ਅਸੀਂ ਪੰਜਾਬ ਤੋਂ ਅੰਕੜੇ, ਡਾਟਾ, ਕੌਨਫੀਡੈਂਸ਼ੀਅਲ ਡਾਟਾ, ਇਹ ਡਾਟਾ ਉਹ ਸਾਰਾ ਵੀ ਦਿੱਲੀ ਨੂੰ ਜਾ ਸਕਦਾ ਤੇ ਦਿੱਲੀੋਂ ਆ ਸਕਦਾ। ਦਿੱਲੀੋਂ ਮੋਇਆ ਦੇਣਾ, ਦਿੱਲੀ ਤੇ ਚੱਲਦੀ, ਦਿੱਲੀ ਬੀਜੇਪੀ ਦੇ ਕਹਿਣ ਦੇ ਉੱਤੇ ਦਿੱਲੀ ਚੱਲਦੀ ਹੈ, ਬਿਊਰੋਕ੍ਰੇਸੀ ਸਾਰੀ ਉਹਨਾਂ ਦੇ ਕਹਿਣ ਤੇ, ਪੁਲਿਸ ਉਹਨਾਂ ਦੇ ਕਹਿਣ ਤੇ, LG ਇਹਨਾਂ ਨੂੰ ਕੀ ਦਿੰਦਾ? ਉੱਥੇ ਦੇ ਨੰਗ ਹੈਗੇ ਆ, ਉੱਥੇ ਕੋਈ ਚੀਫ ਮਿਨਿਸਟਰ ਥੋੜੀ ਐਵੇਂ ਉੱਥੇ ਨਾਂ ਦੇ ਚੀਫ ਮਿਨਿਸਟਰ ਹੈ। ਤੇ ਇਧਰੋਂ ਸਾਰੀ ਇਨਫੋਰਮੇਸ਼ਨ ਲਿਜਾਣ ਲਈ ਸਾਰਾ ਇੱਕ ਤੈਅ ਕੀਤਾ ਵੀ ਇੱਥੋਂ ਦੇ ਸਟੈਟਿਸਟਿਕਸ, ਅੰਕੜੇ, ਫਲਾਨਾ ਢਮਕਾਣਾ, ਜਾਣੀ ਪੱਕੀ ਕਲੋਨੀ ਬਣਾਉਣਾ ਪੰਜਾਬ ਨੂੰ ਦਿੱਲੀ ਦੀ, ਨਿਕਲ ਨਾ ਜਾਣ। ਤਾਂ ਹੀ ਦੇ ਅਸੀਂ ਕਹਿੰਦੇ ਸੀ ਵੀ ਇਹ ਅੰਗਰੇਜ਼ਾਂ ਵਾਂਗੂ ਆ ਰਿਹਾ, ਕਬਜ਼ਾ ਕਰਨ ਆ ਰਿਹਾ, ਐਸੇ ਕਰਕੇ ਕਹਿ ਰਹੇ ਸੀਗੇ। ਤੇ ਹੁਣ ਉਹ ਰੰਗ ਦੇਖ ਪਿਆ। ਹੋਇਆ ਇੰਜ ਕਿ ਇੱਕ ਅਜੇ ਸਮਝੌਤਾ ਉਹਦੇ ਤੇ ਸ਼ਾਹੀ ਨਹੀਂ ਸੀ ਪਈ ਤੇ ਉਹ 8 ਪੇਜ ਪਬਲਿਕ 'ਚ ਚਲੇ ਗਏ ਤੇ ਨਾਲ ਹੀ ਖਬਰ ਵੀ ਲੱਗ ਗਈ। ਜਿਹਨੂੰ ਨਹੀਂ ਸੀ ਪਤਾ ਉਹਨੇ ਵੀ ਲੱਭ ਲਏ। ਜਦੋਂ ਅਸੀਂ ਵੀ ਲੱਭ ਲਏ ਤੇ ਇੱਥੇ ਤੇ ਰੌਲਾ ਪੈ ਗਿਆ। ਉਧਰੋਂ ਸੁਖਬੀਰ ਬਾਦਲ ਨੇ ਕਰ ਦਿੱਤੀ ਆ ਲਾਲਾ ਵੀ ਇਹ ਦਿੱਲੀ ਵੇਚਤੀ, ਉਹ ਦਿੱਲੀ ਵੇਚਤੀ। ਉਧਰੋਂ
ਬਾਜਵੇ ਨੇ ਪ੍ਰਤਾਪ ਬਾਜਵੇ ਹੁਣਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਦੇਖੋ ਇਹ ਤੇ ਆਊਟਸੋਰਸਿੰਗ ਹੋ ਗਈ। ਉਧਰ ਰਾਜੇਵਾਲ ਦਾ ਬਿਆਨ ਚਲੇ ਗਿਆ, ਉਹਨੇ ਵੀ ਮੈਨੂੰ ਫੋਨ ਕਰਤਾ, ਕਹਿੰਦਾ ਜੀ ਕਰੋ ਪ੍ਰੋਫੈਸਰ ਸਾਹਿਬ ਰਲ ਕੇ ਲਿਖੀਏ, ਆਓ ਲਿਖੀਏ ਕਰੀਏ ਕੁਛ। ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਉਹਨਾਂ ਨੇ ਵੀ ਬਿਆਨ ਛੱਡ ਦਿੱਤਾ। ਹੋਰ ਪਤਾ ਨਹੀਂ ਕਿਹਨੇ ਕਿਹਨੇ ਪੂਰੇ ਪੰਜਾਬ ਦੇ ਵਿੱਚ ਤੜਥੱਲੀ ਮੱਚੀ ਹੋਈ ਆ ਅੱਜ ਦੇ ਨਾਂ ਤੇ। ਇਹਦਾ ਮੀਨਵਾਈਲ ਅਜੇ ਇਹ ਰੌਲਾ ਰੱਪਾ ਪੈ ਹੀ ਰਿਹਾ ਸੀ। ਉਹ 8 ਪੇਜ ਵਾਲਾ ਸਰਕੂਲਰ ਸਾਰਿਆਂ ਨੇ ਜਿਹਨੇ ਪੜ੍ਹਿਆ ਉਹਨੇ ਦਵੱਥੜਾਂ ਮਾਰੀਆਂ, ਮੱਥੇ ਨੂੰ ਹੱਥ ਮਾਰਿਆ ਵੀ ਇਹ ਹੋਇਆ ਕੀ ਕਿ ਪੰਜਾਬ ਇਹ ਕਦੇ ਦੇਸ਼ 'ਚ ਹੀ ਨਹੀਂ ਕਦੀ ਹੁੰਦਾ, ਕਦੀ ਦੇਸ਼ ਵਿੱਚ ਹੀ ਨਹੀਂ ਹੁੰਦਾ। ਕਾਰਨ ਉਹਦਾ ਕਿਉਂ ਨਹੀਂ ਹੁੰਦਾ ਉਹ ਵੀ ਦੱਸ ਦਿੰਦੇ ਕਿ ਇਹਨਾਂ ਨੇ ਕੌਨਫੀਡੈਂਸ਼ੀਅਲਿਟੀ ਦੀ ਇੱਕ ਓਥ ਆਫ ਸੀਕ੍ਰੇਸੀ ਰੱਖੀ ਹੁੰਦੀ। ਤੁਹਾਨੂੰ ਪਤਾ ਨਾ ਜਦੋਂ ਸਹੁੰ ਚੁੱਕਦੇ ਆ ਨਾਲ ਉਹਦੀ ਵੀ ਮੈਂ ਸੀਕ੍ਰੇਟ, ਫਿਰ ਤੁਸੀਂ ਡਾਟਾ ਕਿਵੇਂ ਲੈ ਜਾਓਗੇ, ਫਾਈਲਾਂ ਕਿਵੇਂ ਉਹਨਾਂ ਨੂੰ ਦਿਖਾ ਦੋਗੇ ਦੂਜੀ ਗਵਰਨਮੈਂਟ ਨੂੰ। ਤੇ ਉਹ ਤੇ ਗਵਰਨਰ ਤੋਂ ਪੰਜਾਬ ਦੀ ਗਵਰਨਮੈਂਟ ਦਾ ਇਹ ਲੀਗਲੀ ਟੈਨੇਬਲ ਨਹੀਂ ਹੈਗਾ। ਤੁਸੀਂ ਕਾਨੂੰਨਨ ਤੌਰ ਤੇ ਹੀ ਇਹ ਗਲਤ ਕੰਮ ਕਰ ਰਹੇ ਹੋ। ਤੇ ਨਾਲ ਹੀ ਉਹ 8 ਪੇਜਾਂ ਵਾਲੇ ਡਰਾਫਟ ਵਿੱਚ ਵੀ ਤੇ ਜਿਹੜਾ ਬਾਅਦ ਵਿੱਚ ਸਾਈਨ ਕਰਕੇ ਅੱਜ ਵੱਡੀ ਪਬਲਿਕ ਫੰਕਸ਼ਨ ਕਰਕੇ ਜਿਹੜਾ ਇਹ ਸਾਈਨ ਕਰਕੇ 2 ਪੇਜ ਦਾ ਭੇਜਿਆ, ਉਹਦੇ ਵਿੱਚ ਵੀ ਨਾਲ ਇਹ ਲਾਈਨ ਜ਼ਰੂਰ ਪਾਈ ਆ ਕਿ ਇਹ ਸਾਡਾ ਕੋਈ ਲੀਗਲ ਡਾਕੂਮੈਂਟ ਨਹੀਂ। ਜੇ ਲੀਗਲ ਕਹਿ ਦੇਣਗੇ ਤਾਂ ਫਿਰ ਤੇ ਉਹ ਫਸ ਜਾਣਗੇ, ਕੋਰਟਾਂ 'ਚ ਚਲੇ ਜਾਣਗੇ। ਯਾਨੀ ਚਲਾਕੀ ਦੇ ਨਾਲ ਸਾਰਾ ਕੁਝ ਕਰ ਵੀ ਲਿਆ ਤੇ ਨਾਲ ਉਹਦੀ ਲੀਗਲ ਭਾਸ਼ਾ, ਕਾਨੂੰਨਨ ਭਾਸ਼ਾ ਇਹੋ ਜਿਹੀ ਬਣਾਈ ਵੀ ਇਹ ਫਸਣ ਨਾ, ਲੋਕ ਇਹ ਨਾ ਕਹਿਣ ਵੀ ਤੁਸੀਂ ਸੀਕ੍ਰੇਸੀ ਦੀ ਜਿਹੜੀ ਸਹੁੰ ਚੁੱਕੀ ਸੀਗੀ ਵੀ ਅਸੀਂ ਹਰ ਚੀਜ਼ ਦਾ ਭੇਦ ਬਾਹਰ ਨਹੀਂ ਦਿਆਂਗੇ, ਉਹ ਤੁਸੀਂ ਕਿਵੇਂ ਦੇ ਦਿੱਤਾ। ਹੁਣ ਜਿਹੜਾ 1 ਪੇਜ ਦਾ ਕੀਤਾ ਘੱਟ ਉਹਦੇ 'ਚ ਵੀ ਨਹੀਂ ਗੁਜ਼ਾਰੀ ਹੈ। 1 ਪੇਜ ਦੇ ਵਿੱਚ ਵੀ ਗੱਲ ਉਹੀ ਹੈ। ਤੁਸੀਂ ਸੰਵਿਧਾਨ ਦੇ ਇੰਨੀਆਂ ਧਾਰਾਵਾਂ ਸਾਰੀਆਂ ਕਲਾਸ ਬਾਈ ਕਲਾਸ ਕਹਿ ਲਓ ਜਾਂ ਪਹਿਲਾ ਪੇਜ ਪੜ੍ਹ ਲਓ, ਗੱਲ ਤੇ ਇੱਕੋ ਹੀ ਹੈ। 1 ਪੇਜ ਪੜ੍ਹ ਲਓ ਪਹਿਲਾ, ਤੇ ਉਹ ਸਾਰੇ ਸੰਵਿਧਾਨ ਨੂੰ ਸਮਰੀ ਆ ਉਹਦੇ 'ਚ, ਸੰਵਿਧਾਨ ਦੇ ਅੰਦਰ ਕੀ ਹੈ। ਇਹ ਜਿਹੜਾ 1 ਪੇਜ ਆ ਇਸੇ ਤਰੀਕੇ ਨਾਲ ਜੇ ਧਿਆਨ ਨਾਲ ਪੜ੍ਹੋ ਤੇ ਅਖੀਰਲਾ ਪੈਰਾ ਜਿਹੜਾ ਉਹਦੇ 'ਚ ਕੀ ਲਿਖਿਆ, ਉਹਦੇ 'ਚ ਲਿਖਿਆ ਇਹ ਹੈ ਕਿ ਭਾਈ ਉੱਥੋਂ ਦੇ ਮਿਨਿਸਟਰ, ਉੱਥੋਂ ਦੇ ਦਿੱਲੀ ਦੇ ਮਿਨਿਸਟਰ, ਦਿੱਲੀ ਦੇ ਅਫਸਰ ਤੇ ਹੋਰ ਲੋਕ, ਹੋਰ ਮਤਲਬ ਕੇਜਰੀਵਾਲ ਦਾ ਪਰਿਵਾਰ, ਯਾਰ ਦੋਸਤ, ਜਿਨ੍ਹਾਂ ਨੂੰ ਮਹਿਸੂਸ ਕਰਨ ਕੋਈ ਹੋਰ ਵੀ, ਜਦੋਂ ਭਾਸ਼ਾ ਹੀ ਆ ਨਾ, ਅਗਲੇ ਕਹਿਣਗੇ ਅਸੀਂ ਐਮਓਯੂ ਬਣਾਇਆ ਆ ਤੇ ਹੋਰ ਲੋਕ ਹੋਰ ਦੀ ਕੀ ਡੈਫੀਨੇਸ਼ਨ ਹੈ, ਜਿਹੜੇ ਮਰਜ਼ੀ ਜਿਹਨੂੰ ਮਰਜ਼ੀ ਭੇਜ ਦੇਣ। ਉਹ ਇਸ ਕਿਸਮ ਦੀ ਗੋਲ ਜੀ ਮਸ਼ਕਰੀ ਕੀਤੀ ਸਾਡੇ ਦੇ ਨਾਲ, ਪੰਜਾਬ ਦੇ ਨਾਲ, ਕਿ ਉਹ ਬੰਦੇ ਆਉਣਗੇ। ਇਹ ਤੇ ਲਿਖ ਹੀ ਲਿਆ ਨਾ, ਇਹ ਤੇ ਸਮਝੌਤਾ ਹੋ ਗਿਆ। ਕਾਹਦੇ ਲਈ ਮਿਨਿਸਟਰ ਆਉਣਗੇ ਕਿ ਇਹਨਾਂ ਦੇ ਮਿਨਿਸਟਰ ਕੰਮ ਨਹੀਂ ਕਰਦੇ, ਇਹਨਾਂ ਦੇ ਸੱਤੂ ਵਿਕ ਗਏ ਆ, ਕਿਉਂ ਆ ਕੇ ਇੱਥੇ ਇਹਨਾਂ ਨੂੰ ਦੱਸਣਗੇ। ਅਸਲ 'ਚ ਉਹ ਸੈਰ ਸਪਾਟੇ ਕਰਨ ਆਉਣਗੇ, ਪੰਜਾਬ ਨੂੰ ਲੁੱਟਣ ਆਉਣਗੇ। 5 ਸਟਾਰ ਤਾਰਿਆਂ 'ਚ ਹੋਟਲਾਂ 'ਚ ਰਹਿਣਗੇ, ਸਰਕਾਰੀ ਖਰਚੇ ਤੇ ਰਹਿਣਗੇ। ਇਹਨਾਂ ਦੀਆਂ ਆਦਤਾਂ ਪੰਜਾਬ ਪ੍ਰਤੀ ਬਹੁਤ ਵਿਗੜੀਆਂ ਹੋਈਆਂ, ਉਸ ਲਈ ਇਹ ਸਾਰੇ ਇੱਥੇ ਗੇੜੇ ਮਾਰਨਗੇ। ਦੂਜਾ, ਜੋ ਕੇਜਰੀਵਾਲ ਨੂੰ ਚਾਹੀਦਾ ਮਾਲ ਸਾਰਾ ਲੈ ਕੇ ਜਾਣਗੇ। ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੂੰ ਕੈਪਟਨ ਨੇ ਸਾਰੀਆਂ ਫਾਈਲਾਂ ਦੀ ਐਕਸੈਸਿਬਿਲਿਟੀ ਕਰਤੀ, ਤੁਹਾਨੂੰ ਪਤਾ ਕੈਬਨਿਟ ਰੈਂਕ ਦਾ ਦੇ ਦਿੱਤਾ ਸੀਗਾ, ਤੇ ਕੈਬਨਿਟ ਫਿਰ ਉਹ ਕਿੱਥੇ ਗਿਆ ਕੈਪਟਨ ਆਪਣੇ ਤੌਰ ਤੇ। ਹੁਣ ਵੀ ਪਤਾ ਨਹੀਂ ਉਹ ਪੀਕੇ ਦਾ ਕੀ ਬਣਨਾ ਕੀ ਨਹੀਂ ਬਣਨਾ, ਉਧਰ ਵੀ ਕਈ ਚਰਚਾਵਾਂ ਚੱਲ ਰਹੀਆਂ, ਉਹ ਅਲੱਗ ਵਿਸ਼ਾ ਆ। ਪਰ ਇਸ ਵਿਸ਼ੇ ਦੇ ਸੰਬੰਧ 'ਚ ਜੋ ਭਗਵੰਤ ਮਾਨ ਨੇ ਸਟੇਜ ਤੋਂ ਕੀਤਾ ਤੇ ਕੇਜਰੀਵਾਲ ਨੇ, ਭਈ ਤੁਸੀਂ ਕਰਨੀਆਂ ਤੇ ਬੇਕਰਤੂਤੀਆਂ ਇਹੋ ਹੀ ਸੀ। ਇਹ ਤੇ ਸਾਨੂੰ ਪਹਿਲੇ ਦਿਨ ਤੋਂ ਪਤਾ ਵੀ ਅਸਲ ਵਿੱਚ ਜਿਹੜਾ ਅਸਲੀ ਚੀਫ ਮਿਨਿਸਟਰ ਉਹ ਕੇਜਰੀਵਾਲ ਆ, ਭਗਵੰਤ ਮਾਨ ਹੈ ਨਹੀਂ। ਭਗਵੰਤ ਮਾਨ ਨੂੰ ਸ਼ਾਹੀ ਤੇ ਹਰੇ ਰੰਗ ਦੀ ਤੇ ਪੈਨ ਜਿਹੜਾ ਉਹ ਕੇਜਰੀਵਾਲ ਹੀ ਫੜਾਉਂਦਾ ਉੱਥੋਂ, ਵੀ ਆ ਲੈ ਜਾ। ਇੱਕ ਸਵਾਲ ਇੱਥੇ ਪੈਦਾ ਹੁੰਦਾ, ਮੈਂ ਜ਼ਰੂਰ ਕਰਾਂਗਾ ਤਾਂ ਕਿ ਲੋਕ ਵੀ ਇਹਦੇ ਉੱਤੇ ਸਾਫ਼ ਸਪਸ਼ਟ ਜਾਣ ਸਕਣ ਕਿ ਜਦੋਂ ਪੰਜਾਬ ਦੇ ਵਿੱਚ ਵੱਡੇ ਵੱਡੇ ਬੈਨਰ ਲੱਗੇ ਸੀ ਚੋਣਾਂ ਤੋਂ ਪਹਿਲਾਂ, ਇੱਕ ਮੌਕਾ ਕੇਜਰੀਵਾਲ ਨੂੰ, ਤੇ ਉਸ ਤੋਂ ਬਾਅਦ ਲੋਕਾਂ ਨੇ ਮੌਕਾ ਦੇ ਵੀ ਦਿੱਤਾ, ਤਾਂ ਫਿਰ ਸਵਾਲ ਇਹ ਉੱਠਦੇ ਨੇ ਕਿ ਹੁਣ ਤੜਫਣ ਕਾਹਦੀ ਆ। ਉਹ ਤਾਂ ਫਿਰ ਆਪਣੇ ਢੰਗ ਨਾਲ ਚਲਾਉਣਗੇ। ਪੰਜਾਬ ਦੇ ਵਿੱਚੋਂ ਵੀ ਕਈ ਥਾਵਾਂ ਤੋਂ ਇਹ ਆਵਾਜ਼ ਆ ਜਾਂਦੀ ਆ ਕਿ ਠੀਕ ਹੈ, ਜੇ ਉਹ ਸਾਡੇ ਸਕੂਲ, ਸਾਡੇ ਹਸਪਤਾਲ, ਸਾਡਾ ਢਾਂਚਾ ਜਿਹੜਾ ਉਹ ਸਾਰਾ ਪ੍ਰਸ਼ਾਸਨਿਕ ਢਾਂਚਾ, ਰਿਸ਼ਵਤਖੋਰੀ ਸਭ ਕੁਝ ਖਤਮ ਕਰ ਦੇਣਗੇ, ਤਾਂ ਫਿਰ ਹਰਜ ਕੀ ਆ, ਭਾਵੇਂ ਕੇਜਰੀਵਾਲ ਕੰਮ ਕਰੇ ਤੇ ਭਾਵੇਂ ਭਗਵੰਤ ਮਾਨ ਕੰਮ ਕਰੇ। ਦੇਖੋ, ਜੇ ਤੇ ਜੋ ਇਹ ਸੁਪਨੇ ਦਿਖਾਉਂਦੇ ਪੂਰੇ ਕਰ ਦੇਣ, ਅਸੀਂ ਸਾਰੇ ਇਹਨਾਂ ਦੇ ਨਾਲ ਆ। ਜੇ ਸਾਡੇ ਕੋਲ ਕਿਸੇ ਵੀ ਕਿਸਮ ਦੀ ਲਿਖਤੀ ਤੌਰ ਤੇ, ਬੋਲਣ ਦੇ ਤੌਰ ਤੇ, ਕੰਪੇਨ ਦੇ ਤੌਰ ਤੇ, ਜਿਹਨੂੰ ਕਹਿੰਦੇ ਨਾ ਤਨ ਮਨ ਧਨ, ਉਹ ਸਾਡਾ ਇਹਨਾਂ ਦੇ ਨਾਲ ਆ ਜੇ ਕੁਛ ਇਹਨਾਂ ਨੇ ਪੰਜਾਬ ਲਈ ਕਰਨਾ।
ਪਰ ਸਾਨੂੰ ਇਹ ਪਤਾ ਆ ਕਿ ਜਿਹੜਾ ਇੱਕ ਮੌਕਾ ਕੇਜਰੀਵਾਲ ਦੀ ਗੱਲ ਕਰਦੇ ਆ, ਉਹਨੂੰ ਭੁਲੇਖਾ ਪੈ ਗਿਆ। ਕੇਜਰੀਵਾਲ ਸੱਚੀ ਮੁੱਚੀ ਇਹੋ ਹੀ ਸਮਝ ਰਿਹਾ ਕਿ ਉਹਨੂੰ ਮੌਕਾ ਦਿੱਤਾ, ਜਦ ਕਿ ਅਸਲ 'ਚ ਲੋਕਾਂ ਨੇ ਆਪ ਆਪਣਾ ਮੌਕਾ ਲਿਆ। ਦੂਜੀਆਂ ਪਾਰਟੀਆਂ ਤੋਂ ਮੁਕਤੀ ਪਾ ਕੇ, ਰਵਾਇਤੀ ਪਾਰਟੀਆਂ ਤੋਂ ਮੁਕਤੀ ਪਾ ਕੇ, ਆਪਣੇ ਪੰਜਾਬ ਦੇ ਬੰਦੇ, ਦਿੱਲੀ ਦੇ ਬੰਦਿਆਂ ਨੂੰ ਵੋਟਾਂ ਥੋੜੀਆਂ ਪਾਈਆਂ, ਮੈਨੂੰ ਦੱਸੋ। ਕੇਜਰੀਵਾਲ ਨੂੰ ਵੋਟਾਂ ਪਾਈਆਂ ਲੋਕਾਂ ਨੇ, ਪਰ ਕੇਜਰੀਵਾਲ ਨੂੰ ਭੁਲੇਖਾ ਆ ਕਿ ਉਹਦੇ ਨਾਂ ਨੂੰ ਵੋਟਾਂ ਪਈਆਂ, ਇਹ ਸਰਕਾਰ ਤੇ ਕੱਖ ਵੀ ਨਹੀਂ ਹੈ, ਅਸਲ 'ਚ ਤੇ ਕੇਜਰੀਵਾਲ ਹੀ ਹੈ ਸਾਰਾ ਕੁਝ। ਵੀ ਹੁਣ ਕਿਉਂਕਿ ਉਹਦੇ ਚਿਹਰੇ ਨੂੰ ਵੋਟ ਪਈ ਹੈ ਤੇ ਉਹ ਜੋ ਮਰਜ਼ੀ ਇਸ ਸਰਕਾਰ ਤੋਂ ਕਰਾਵੇ। ਅਫਸੋਸ ਦੀ ਗੱਲ ਇਹ ਆ ਕਿ ਸਾਡੇ ਆਪਣੇ ਜਿਹੜੇ MLA ਸਾਹਿਬਾਨ ਹੈਗੇ ਆ, ਉਹਨਾਂ ਨੂੰ ਵੀ ਇਹੋ ਜਿਹਾ ਲੱਗਦਾ ਕਿ ਸਾਨੂੰ ਜਿਹੜੀਆਂ ਵੋਟਾਂ ਪਈਆਂ ਉਹ ਤੇ ਕੇਜਰੀਵਾਲ ਦੇ ਚਿਹਰੇ ਨੂੰ ਪਈਆਂ, ਜੇ ਸਾਡੀ ਤੇ ਕੋਈ ਇੱਥੇ ਔਕਾਤ ਕੀ ਸੀਗੀ। ਜਦੋਂ ਜੇ ਇਹਨਾਂ ਦੇ ਮਨ 'ਚ ਵੀ ਇੰਜ ਹੋਵੇ ਤੇ ਭਗਵੰਤ ਮਾਨ ਦੇ ਵੀ ਮਨ ਵਿੱਚ ਇਹੀ ਹੋਏ ਕਿ ਮੈਂ ਉਹਦੀ ਸਰਪ੍ਰਸਤੀ ਤੋਂ ਬਗੈਰ ਬਚ ਨਹੀਂ ਸਕਦਾ, ਤੇ ਫਿਰ ਅਸਲ ਮਾਨਿਆਂ 'ਚ ਪ੍ਰੈਕਟੀਕਲ ਪਰਪਸਿਸ ਲਈ ਇਹ ਸਰਕਾਰ ਜਿਹੜੀ ਹੈ ਇੱਕ ਹੱਥ ਟੋਕਾ ਪਪਿਟ ਸਰਕਾਰ ਆ। ਜਿਵੇਂ ਅਮਰੀਕਾ ਬਹੁਤ ਸਾਰੇ ਛੋਟੇ ਦੇਸ਼ਾਂ ਨੂੰ ਆਪਣੇ ਥੱਲੇ ਲਾ ਕੇ ਨਚਾਉਂਦਾ ਸੀ, ਉਸੇ ਤਰੀਕੇ ਨਾਲ ਹੁਣ ਕੇਜਰੀਵਾਲ ਜਿਵੇਂ ਮਰਜ਼ੀ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਚਲਾਊਗਾ। ਉਹ ਡੇ 1 ਤੋਂ ਹੀ ਆ, ਭਾਵੇਂ ਉਹ ਇੱਥੇ ਪੁਲਿਸ ਦੇ ਵੱਡੇ ਅਫਸਰ ਲਾਉਣੇ ਸੀ, SSP ਲਾਉਣੇ ਸੀਗੇ, ਜਾਂ ਇੱਥੇ ਦੀ ਮਿਨਿਸਟਰੀ ਬਣਾਉਣੀ ਸੀਗੀ ਉਹਦੇ ਵਿੱਚ, ਤੇ ਹੁਣ ਬਾਕੀ ਦੇ ਵੀ ਜਿਹੜੇ ਸਾਰੇ ਕੰਮ ਆ ਉਹ ਕੇਜਰੀਵਾਲ ਤੋਂ ਬਗੈਰ ਪੰਜਾਬ ਦੇ ਵਿੱਚ ਹਾਲ ਦੀ ਘੜੀ ਪੱਤਾ ਨਹੀਂ ਹਿੱਲ ਰਿਹਾ। ਤੇ ਕੇਜਰੀਵਾਲ ਦਾ ਹਿੱਤ ਇਹ ਨਹੀਂ ਹੈ ਕਿ ਪੰਜਾਬ ਦਾ, ਜਿਵੇਂ ਤੁਸੀਂ ਕਹਿੰਦੇ ਆ ਕਿ ਸੁਪਨੇ ਪੂਰੇ ਕਰਨੇ, ਲੋਕਾਂ ਦੀਆਂ ਮੰਗਾਂ, ਲੋਕਾਂ ਦੀਆਂ ਦਿੱਕਤਾਂ, ਉਹਨਾਂ ਨੂੰ ਐਡਰੈਸ ਕਰਨਾ। ਕੇਜਰੀਵਾਲ ਸੱਤਾ ਦਾ ਬਹੁਤ ਲਾਲਚੀ ਤੇ ਤੁਰੰਤ ਇੱਕ ਬਹੁਤ ਵੱਡਾ ਚਿਹਰਾ ਸਪੀਡ ਦੇ ਨਾਲ, ਬੁਲਟ ਟ੍ਰੇਨ ਦੀ ਸਪੀਡ ਨਾਲ ਬਣਨਾ ਚਾਹੁੰਦਾ। ਮੈਨੂੰ ਲੱਗਦਾ ਕਿ ਜਦੋਂ ਜ਼ਿਆਦਾ ਤੁਸੀਂ ਲੋੜ ਤੋਂ ਵੱਧ ਛਾਲ ਮਾਰਦੇ ਆ ਤੇ ਆਪਣੀ ਲਾਤੀ ਤੜਵਾਉਂਦੇ ਆ, ਕਿਤੇ ਕੇਜਰੀਵਾਲ ਦਾ, ਕਿਉਂਕਿ ਉਹਦਾ ਇੰਜਣ ਇੰਨੀ ਸਪੀਡ ਚੱਕਣ ਜੋਗਾ ਹੈ ਨਹੀਂ ਜਿੰਨੀ ਸਪੀਡ ਉਹ ਐਕਸੀਲੇਟਰ ਤੇ ਪੈਰ ਦੇਈ ਜਾਂਦਾ। ਮੈਨੂੰ ਇਹ ਲੱਗਦਾ ਕਿ ਪ੍ਰਧਾਨ ਮੰਤਰੀ ਤੇ ਕੀ ਬਣਨਾ, ਕਿਤੇ ਜਿੰਨਾ ਕੱਲੇ ਪੱਲੇ ਹੈਗਾ ਉਹ ਵੀ ਕ੍ਰੈਸ਼ ਹੋ ਕੇ ਖਤਮ ਨਾ ਹੋ ਜੇ। ਸੱਤਾ ਦੇ ਵਿੱਚ ਉਹ ਚੱਲਣ ਤੋਂ ਪਹਿਲਾਂ ਹੀ ਲੋਕਾਂ ਵਿੱਚ ਬਿਲਕੁਲ ਉਹਦਾ ਅਸਲੀ ਚਿਹਰਾ ਨੰਗਾ ਨਾ ਹੋ ਜੇ, ਜਿਸ ਪਾਸੇ ਨੂੰ ਚੱਲਿਆ। ਸੱਚੀ ਹੈ ਕਿ ਅੱਜ ਸੁਖਬੀਰ ਬਾਦਲ ਉਹਨਾਂ ਨੇ ਵੀ ਆਪਣੀ ਪ੍ਰੈਸ ਕਾਨਫਰੰਸ 'ਚ ਕਿਹਾ, ਉਹ ਕਹਿੰਦੇ ਸਾਡਾ ਮਨ ਸੀ ਵੀ ਦੇਖੋ ਨਵੀਂ ਸਰਕਾਰ ਬਣੀ ਆ, ਕੁਝ ਰਾਜਨੀਤਿਕ ਰਵਾਇਤਾਂ ਹੁੰਦੀਆਂ, ਕੁਝ ਰਾਜਨੀਤਿਕ ਐਥਿਕਸ ਹੁੰਦੇ ਆ ਕਿ ਤੁਸੀਂ ਘੱਟੋ ਘੱਟ 100 ਦਿਨ ਤੇ ਕਿਸੇ ਸਰਕਾਰ ਨੂੰ ਦਿਓ, ਕਿ ਥੋੜੀ ਆ ਕਿ ਅਜੇ ਮਹੀਨਾ ਬਣਿਆ ਤੇ ਤੁਸੀਂ ਡੰਡੇ ਚੱਕ ਲਓ। ਪਰ ਕਹਿੰਦਾ ਇਹਨਾਂ ਨੇ ਉਲਟੇ ਪਾਸੇ ਦੀ ਸਪੀਡ ਹੀ ਇੰਨੀ ਫੜੀ ਹੈ ਕਿ ਸਾਨੂੰ ਅੱਜ ਹੀ ਮੈਦਾਨ ਦੇ ਵਿੱਚ ਨਿੱਤਰਨਾ ਪਿਆ, ਮਹੀਨੇ ਤੋਂ ਬਾਅਦ ਹੀ। ਇਹ ਸਾਰੇ ਪਾਸੇ ਅੱਜ ਹਾਹਾਕਾਰ ਇਸ ਗੱਲ ਦੀ ਮੱਚੀ ਹੋਈ ਹੈ, ਕਰਨਾ ਨਾ ਕਰਨਾ, ਮਿਲਣਾ ਨਾ ਮਿਲਣਾ, ਨੌਕਰੀਆਂ ਮਿਲਣੀਆਂ ਜਾਂ ਨਹੀਂ ਮਿਲਣੀਆਂ, ਉਹਦੇ ਬਾਰੇ ਚਰਚਾ ਨਹੀਂ ਹੋ ਰਹੀ। ਲੋਕਾਂ ਨੂੰ ਇਹ ਸ਼ੱਕ ਪੈਦਾ ਹੋ ਗਿਆ ਕਿ ਭਗਵੰਤ ਮਾਨ ਚੀਫ ਮਿਨਿਸਟਰ ਆ ਜਾਂ ਅਸਲ ਮਾਨਿਆਂ 'ਚ ਕੇਜਰੀਵਾਲ ਚੀਫ ਮਿਨਿਸਟਰ ਆ। ਦਿੱਲੀ ਦੇ ਮਿਨਿਸਟਰ ਪੰਜਾਬ ਦੇ ਮਿਨਿਸਟਰ ਆ ਤੇ ਇਹ ਉਹਨਾਂ ਦੀ ਰਬੜ ਸਟੈਂਪ ਆ, ਜਾਂ ਸੱਚੀ ਮੁੱਚੀ ਸਾਡੇ ਮਿਨਿਸਟਰ ਜਿਹੜੇ ਆ ਉਹ ਮਿਨਿਸਟਰ ਆ। MLA ਸਾਹਿਬਾਨ ਜਿਹੜੇ ਬਾਕੀ ਦੇ ਆ ਕੈਬਨਿਟ ਤੋਂ ਬਾਹਰ ਦੇ, ਉਹਨਾਂ ਬਾਰੇ ਤੇ ਜਿੰਨਾ ਘੱਟ ਕਹੋ, ਮੈਂ ਉਹਨਾਂ ਦੀ ਬੁਰਾਈ ਨਹੀਂ ਕਰ ਰਿਹਾ, ਪਰ ਉਹਨਾਂ ਤੇ ਦਬਾਅ ਤੇ ਅੰਕੁਸ਼ ਇੰਨੇ ਆ। ਮੈਂ ਜਾਣਦਾ ਨਾ ਕਿੰਨੀ ਡਿਕਟੇਟਰਸ਼ਿਪ ਇਸ ਪਾਰਟੀ ਦੇ ਅੰਦਰ ਚੱਲਦੀ ਹੈ, ਮਿੰਟ ਨਹੀਂ ਲਾਉਂਦੇ ਕਿ ਬਾਹਰ ਦਾ ਰਸਤਾ ਦਿਖਾਉਂਦੇ ਆ। ਤੁਸੀਂ ਚੂੰ ਨਹੀਂ ਕਰ ਸਕਦੇ, ਅਸਲ 'ਚ ਉੱਚਾ ਤੁਸੀਂ ਫੋਨ ਨਹੀਂ ਕਰ ਸਕਦੇ। ਤੁਸੀਂ ਆਪਣੀ, ਜੇ ਕੋਈ ਵਿਆਹਿਆ ਵਰਿਆ ਹੈਗਾ ਤੇ ਆਪਣੀ ਘਰ ਦੀ ਨਾਲ ਵੀ ਖੁੱਲ ਕੇ ਗੱਲ ਨਹੀਂ ਕਰ ਸਕਦਾ, ਵੀ ਕਿਤੇ ਨਾ ਕਿਤੇ ਕਹਿੰਦੇ ਆ ਨਾ ਉਹ ਕੰਧਾਂ ਦੇ ਵੀ ਕੰਨ ਹੁੰਦੇ ਆ। ਜੇ ਕੇਜਰੀਵਾਲ ਕੋਲ ਪਹੁੰਚ ਗਈ, ਕਿਸੇ ਵੇਲੇ ਸਾਨੂੰ ਜਦੋਂ ਬੱਚੇ ਸੀ ਇਹ ਕਹਿੰਦੇ ਹੁੰਦੇ ਸੀ ਵੀ ਹਰੀ ਸਿੰਘ ਨਲੂਏ ਦਾ ਜਰਨੈਲ ਸੀ, ਬੜਾ ਖੁੰਖਾਰ ਤੇ ਦਬੰਗ ਜਰਨੈਲ ਸੀਗਾ, ਇੰਨੀ ਭੈ ਭੀ ਤੇ ਡਰ ਹੁੰਦਾ ਸੀਗਾ ਕਿ ਨਿਆਣੇ ਜਿਹੜੇ ਤੰਗ ਬੜੇ ਕਰਦੇ ਸੀ, ਮਾਮਾ ਨੂੰ ਕਹਿੰਦੇ ਚੁੱਪ ਕਰ ਜਾ, ਨਹੀਂ ਤੇ ਮੈਂ ਬੁਲਾਉਣ ਲੱਗੀ ਹਰੀ ਸਿੰਘ ਨਲੂਏ ਨੂੰ, ਆ ਰਿਹਾ। ਇੰਨਾ ਡਰਦੇ ਮਾਰੇ ਨਿਆਣੇ ਜਿਹੜੇ ਸੀ ਉਹ ਚੁੱਪ ਕਰਕੇ ਬਹਿ ਜਾਂਦੇ ਸੀ, ਜੋ ਮਰਜ਼ੀ ਹੋਵੇ। ਉਹ ਹਾਲਤ ਇਸ ਵੇਲੇ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਸਰਕਲ ਦੇ ਅੰਦਰ ਬਣਾਈ ਹੈ ਕਿ ਕਿਸੇ ਦਾ ਸਵਾਲ ਹੀ ਨਹੀਂ ਪੈਦਾ ਕਿ ਚੂੰ ਕਰ ਜੇ ਕਿ ਕੇਜਰੀਵਾਲ ਹਾਕੀ ਕਰਦਾ ਫਿਰਦਾ, ਇੰਜ ਕਹਿ ਜੇ। ਜੇ ਕਹਿਤਾ ਕਿਸੇ ਨੇ ਤੇ ਸਮਝ ਲਓ ਉਹਦਾ ਫਿਰ ਕੋਈ ਵੀ ਹੋਰ ਬਹੁਤਾ ਦਿਨ ਉਸ ਪਾਰਟੀ ਦੇ ਅੰਦਰ ਟਿਕਾ ਨਹੀਂ ਹੋ ਸਕਦਾ। ਇੱਕ ਚਰਚਾ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਰੋਜ਼ਗਾਰ ਦੀ ਵੀ ਤਲਾਸ਼ ਹੁੰਦੀ ਹੈ, ਇਹਨਾਂ ਦੇ ਜਿਹੜੇ ਵਾਇਰਲ ਹੋ ਰਹੇ ਮਾਨ ਸਾਹਿਬ ਦੇ, ਕਿ ਜਿਹੜੀਆਂ ਵੱਡੀਆਂ ਕਾਰਪੋਰੇਟ ਘਰਾਣੇ ਉਹ ਉਹਨਾਂ ਨੂੰ ਲਿਆਂਦਾ ਜਾਏਗਾ, ਉਹ ਆ ਕੇ ਪੰਜਾਬ 'ਚ ਰੋਜ਼ਗਾਰ
ਪੈਦਾ ਕਰਨਗੇ, ਫੈਕਟਰੀਆਂ ਲਾਉਣਗੇ ਜਾਂ ਹੋਰ ਲਾਉਣਗੇ। ਇਹਦੇ ਨਾਲ ਹੀ ਜੁੜਦਾ ਇੱਕ ਹੋਰ ਸਵਾਲ ਹੈ ਕਿ ਜੇ ਕੋਈ ਇਸ ਚੀਜ਼ ਤੇ ਸਵਾਲ ਚੁੱਕਦਾ ਹੈ ਕਿ ਕਾਰਪੋਰੇਟਾਂ ਨੇ ਪੰਜਾਬ ਆਣਾ, ਅੱਗੇ ਹੀ ਉਹਨਾਂ ਨਾਲ ਮੱਥਾ ਲਾਉਂਦੇ ਆ, ਦਿੱਲੀ ਤੱਕ ਜਾ ਕੇ ਕਿਸਾਨਾਂ ਨੇ ਉੱਥੇ ਆਪਣੀਆਂ ਜਾਨਾਂ ਵਾਰਤੀਆਂ। ਪਰ ਜੇ ਕਹਿੰਦੇ ਬਾਹਰਲੇ ਮੁਲਕਾਂ ਵੱਲ ਦੇਖੋ ਤਾਂ ਸਾਡੇ ਪੰਜਾਬੀ ਉੱਥੇ ਜਾ ਕੇ ਵੀ ਤਾਂ ਉਹੀ ਕੰਮ ਕਰਦੇ ਨੇ, ਉੱਥੇ ਵੀ ਕਾਰਪੋਰੇਟ ਆ, ਉੱਥੇ ਵੀ ਮੌਲਾਂ ਦੇ ਵਿੱਚ ਜਾਣਾ ਜਾਂ ਆਨਲਾਈਨ ਸਾਰਾ ਕੁਝ, ਉਹ ਸਾਰਾ ਕੁਝ ਉਸੇ ਢੰਗ ਨਾਲ ਚੱਲ ਰਿਹਾ। ਤੇ ਫਿਰ ਕਾਰਪੋਰੇਟ ਦਾ ਇੱਥੇ ਵਿਰੋਧ ਕਿਉਂ? ਉਹਨਾਂ ਨੂੰ ਆਉਣ ਦਿਓ ਹੌਲੀ ਹੌਲੀ। ਮਮਤਾ ਬਨਰਜੀ ਵੀ ਤਾਂ ਕਾਰਪੋਰੇਟ, ਅਡਾਨੀ ਨੂੰ ਦੇਖਿਆ ਤੁਸੀਂ, ਅਡਾਨੀ ਨੂੰ ਮਗਰ ਨਾਲ ਰੱਖਿਆ ਹੋਇਆ ਤੇ ਉਧਰਲੇ ਪਾਸੇ ਅਡਾਨੀ ਦੀ ਜਾਇਦਾਦ ਵੀ ਵੱਧਦੀ ਜਾ ਰਹੀ ਹੈ, 5ਵੇਂ ਨੰਬਰ ਤੇ ਆ ਗਏ। ਦੇਖੋ ਸੁਖਵਿੰਦਰ, ਜਿਹੜੇ ਵੱਡੇ ਘਰ ਹੈਗੇ ਆ ਉਹਨਾਂ ਨਾਲ ਛੋਟਾ ਘਰ ਜੇ ਰੀਸ ਕਰਦੇ ਨਾ, ਜੋ ਹੁੰਦਾ ਉਹਦੇ ਅੱਲੇ ਪੱਲੇ ਉਹ ਵੀ ਗਵਾ ਲੈਂਦਾ, ਕਿਉਂਕਿ ਉਹ ਰੀਸ ਮਹਿੰਗੀ ਪੈਂਦੀ ਹੈ। ਹੁਣ ਆਪਾਂ ਉੱਥੇ ਕੀ ਹੋ ਗਿਆ, ਯੂਰਪ ਚ ਕਿਉਂ ਬੱਚੇ ਜਾਂਦੇ ਆ, ਉੱਥੇ ਵੀ ਤੇ ਕਾਰਪੋਰੇਟਾਂ ਦਾ ਕਰਦੇ ਆ, ਫਲਾਨੀ ਜਗ੍ਹਾ ਕਰਦੇ ਆ। ਉਹ ਉੱਥੇ ਦਾ ਇੱਕ ਪੂਰਾ ਸਿਸਟਮ ਹੈਗਾ। ਉੱਥੇ ਤੇ ਤੁਸੀਂ ਬਾਹਰ ਆਪਣੇ ਕੁੱਤੇ ਨੂੰ ਨਹੀਂ ਲਿਜਾ ਸਕਦੇ। ਤੁਹਾਨੂੰ ਗਾਵਾਂ ਦਿਸਦੀਆਂ ਉੱਥੇ ਸੜਕਾਂ ਦੇ ਉੱਤੇ? ਦੱਸੋ ਤਾਂ ਮੈਨੂੰ, ਕੋਈ ਕੁੱਤਾ ਖੁੱਲਾ ਫਿਰਿਆ ਦਿਸਦਾ? ਜੇ ਕੁੱਤਾ ਉੱਥੇ ਕਿਤੇ ਬਾਹਰ ਕੋਈ ਛਿੱਟ ਕਰਦੇ ਨਾ, ਤੁਹਾਨੂੰ ਕਾਗਜ਼ ਪਾ ਕੇ ਜੇਬ ਚ ਪਾ ਕੇ ਨਾਲ ਲਿਆਉਣੀ ਪੈਂਦੀ ਹੈ ਪੋਲੀਥੀਨ ਚ, ਤੇ ਫਿਰ ਘਰ ਚ ਜਾ ਕੇ ਉਹਨੂੰ ਕਿਤੇ ਰੱਖਦੇ। ਇੱਥੇ ਕਰਕੇ ਦਿਖਾ ਲੇ ਕੋਈ ਸਾਡਾ ਇੱਥੇ। ਕੁੱਤੇ ਦੇ ਤੇ ਡੰਡਾ ਮਾਰ ਸਕਦੇ ਆ, ਆਪ ਨਹੀਂ ਉਹਦੀ ਮਦਦ ਇੰਨੀ ਕਰਨਗੇ ਵੀ ਕੁੱਤਾ ਤੇ ਕੁੱਤਾ ਹੀ, ਆਪਾਂ ਨਾ ਕੁੱਤੇ ਦੇ ਨਾਲ ਕੁੱਤਾ ਬਣੀਏ। ਮੇਰਾ ਕਹਿਣ ਦਾ ਮਤਲਬ ਕਿ ਉਹਨਾਂ ਨੇ ਇੱਕ ਸਿਸਟਮ ਬਣਾਇਆ ਹੋਇਆ। ਉੱਥੇ ਤੇ ਹਜ਼ਾਰ ਡਾਲਰ ਲੋਕਾਂ ਨੂੰ ਜੇਬ ਚ ਪਾਤਾ। ਸਾਡੇ ਜਿਹੜਾ ਸੀਗਾ ਉਹ ਜੇਬਾਂ ਕੱਟ ਲਈਆਂ ਲੋਕਾਂ ਦੀਆਂ ਜਦੋਂ ਲੋਕਾਂ ਨੂੰ ਲੋੜ ਸੀ। ਟੈਕਸ ਲਾਤਾ ਹੋਰ ਆ, ਹੁਣ ਫਿਰ 10% GST ਵਧਾ ਰਹੇ ਆ, ਤੇਲ ਦੀਆਂ ਕੀਮਤਾਂ। ਇਹ ਗੱਲਾਂ ਦਾ ਕੋਈ ਅਰਥ ਨਹੀਂ ਆ। ਉਹ ਇੱਕ ਪੂਰਨ ਸਿਸਟਮ ਆ। ਉਹ ਇੱਕ ਆਪਣੇ ਰਿਦਮ ਚ, ਆਪਣੇ ਕਾਨੂੰਨਾਂ ਚ ਰਹਿ ਕੇ ਬੇਰੁਜ਼ਗਾਰ ਲੋਕ ਹੋ ਜਾਣ ਤੇ ਭੱਤਾ ਦਿੰਦੇ ਆ। ਸਾਡੇ ਬੇਰੁਜ਼ਗਾਰ ਹੁੰਦੇ ਆ ਤੇ ਕਹਿੰਦੇ ਖੂਹ ਛਾਲ ਮਾਰ ਜਾਂ ਰੱਸੀ ਪਾਲਾ ਗਲ। ਸਾਡੇ ਤੇ ਕੋਈ ਹੈਗਾ ਕੋਈ ਕਾਇਦਾ ਕਾਨੂੰਨ ਕਿਸੇ ਕਿਸਮ ਦਾ? ਗੱਲਾਂ ਆ ਸਾਡੇ, ਝੂਠੇ ਆ ਬੰਦੇ, ਬਹੁਤ ਜ਼ਿਆਦਾ ਗਪੌੜੀ ਹੈਗੇ ਆ, ਧੋਖੇਬਾਜ਼ ਆ, ਫਰਾਡ ਆ। ਆਪਣੇ ਹੀ ਬੰਦੇ ਆਪਣੇ ਹੀ ਬੰਦਿਆਂ ਨਾਲ ਇੰਜ ਕਰਦੇ ਆ। ਇਹਦੇ ਚ ਤੇ ਸਾਨੂੰ ਰੋਜ਼ਮਰਾ ਜੀਵਨ ਚ ਦਿਖ ਰਿਹਾ ਨਾ, ਲੋਕ ਤੇ ਸਤਾਏ ਹੋਏ ਲੋਕ ਹੈਗੇ। ਦੂਜੀ ਗੱਲ ਕਿ ਜਿਹੜਾ ਤੁਸੀਂ ਸਵਾਲ ਅਸਲ ਮਾਨਿਆ ਚ ਕਿ ਕਾਰਪੋਰੇਟ ਆਉਣੇ ਚਾਹੀਦੇ ਆ ਜਾਂ ਨਹੀਂ ਆਉਣੇ ਚਾਹੀਦੇ, ਜੀ ਸਦਕੇ ਆਉਣ, ਪਰ ਉਹ ਸਾਨੂੰ ਲੁੱਟਣ ਲਈ ਨਾ ਆਉਣ, ਸਾਡੇ ਲਈ ਰੁਜ਼ਗਾਰ ਪੈਦਾ ਕਰਨ ਲਈ ਆਉਣ। ਤੇ ਜੇ ਉਹਨਾਂ ਨੇ ਆਪਣਾ ਪ੍ਰੋਫਿਟ 1000 ਕਰੋੜ ਰੁਪਈਆ ਸਾਲ ਦਾ ਬਣਾਉਣਾ, ਤੇ ਸਾਡੇ ਇੱਥੇ ਜਿਹੜਾ ਰੁਜ਼ਗਾਰ ਪੰਜਾਬੀਆਂ ਨੂੰ, ਉਹ ਪੰਜਾਬਾਂ ਨੂੰ ਵੀ ਨਹੀਂ ਦੇਣਾ, ਫਿਰ ਆਪਾਂ ਉਹਨਾਂ ਨੂੰ ਕੀ ਕਰਨਾ? ਇੱਥੇ ਚੱਟਣਾ। ਤੇ ਸਾਡੀ ਜ਼ਮੀਨ ਵੀ ਸਸਤੇ ਭਾਅ ਲੈ ਜਾਣਗੇ, ਸਾਡੀਆਂ ਪੋਲਿਊਸ਼ਨ ਵੀ ਕਰਨਗੇ, ਹੋਰ ਕਈ ਕੁਛ ਕਰਨਗੇ। ਇੱਥੇ ਉਹਨਾਂ ਦੀਆਂ ਗੱਡੀਆਂ ਉੱਡੀਆਂ, ਸੜਕਾਂ ਦੇ ਭਾਰ ਵੀ ਪਊਗਾ, ਸੜਕਾਂ ਵੀ ਟੁੱਟਣਗੀਆਂ। ਜੇ ਵੱਡੇ ਕਾਰਪੋਰੇਟ ਆਉਣਗੇ ਤੇ ਨਾਲ ਬਾਕੀ ਵੀ ਤੇ ਪੈਰਾਫਰਨੇਲੀਆ ਸਾਰਾ ਆਊਗਾ ਨਾ, ਟਰਾਂਸਪੋਰਟ, ਟਰੱਕ, ਹੋਰ ਸਾਰਾ ਕੁਝ ਚੱਲੂਗਾ, ਨਾਲ ਹੀ ਚੱਲੂਗਾ। ਇਸ ਲਈ ਇਹ ਦੇਖੋ ਕਿ ਕਿਹੜਾ ਕਾਰਪੋਰੇਟ ਆਉਣਾ ਚਾਹੁੰਦਾ। ਜੇ ਤੇ ਮਜ਼ਦੂਰਾਂ ਨੂੰ, ਵੱਡੇ ਪੱਧਰ ਤੇ ਪੰਜਾਬੀ ਮਜ਼ਦੂਰਾਂ ਨੂੰ ਜਾਂ ਨੌਜਵਾਨਾਂ ਨੂੰ, ਜਿਹੜੇ ਸਾਡੇ ਸਕਿਲਡ ਲੇਬਰ ਆ, ਨੌਕਰੀ ਦੇਣ ਵਾਲਾ ਕਾਰਪੋਰੇਟ ਆ ਰਿਹਾ ਤੇ ਵੈਲਕਮ ਹੈ ਉਹਨੂੰ। ਸਿੰਘੂ ਬਾਰਡਰ ਤੋਂ ਜਾਂ ਸ਼ੰਭੂ ਬਾਰਡਰ ਤੋਂ ਢੋਲ ਵਜਾ ਕੇ ਰੈੱਡ ਕਾਰਪਟ ਕਰਕੇ ਤੇ ਲਿਆ ਕੇ ਆਓ, ਕੋਈ ਗੱਲ ਨਹੀਂ ਹੈ। ਭਾਵੇਂ ਕੇਜਰੀਵਾਲ ਵੀ ਨਾਲ ਉਹਨਾਂ ਨੂੰ ਸਕਾਊਟ ਕਰਕੇ ਦਿੱਲੀੋਂ ਪੰਜਾਬ ਛੱਡ ਜਾਏ, ਸਾਨੂੰ ਵੈਲਕਮ ਆ, ਕੋਈ ਸਾਨੂੰ ਇਹੋ ਜਿਹੀ ਗੱਲ ਮਾੜੀ ਨਹੀਂ ਲੱਗਦੀ ਹੈ। ਪਰ ਜੇ ਤੁਸੀਂ ਇਹੋ ਜਿਹੇ ਬੰਦੇ ਲਿਆਉਣੇ ਆ ਕਿ ਜਿਹੜੇ ਆਪਣਾ ਹੀ ਪ੍ਰੋਫਿਟ ਕਰਨਗੇ ਤੇ ਨਾਲ ਹੀ ਉਹਨਾਂ ਦੇ ਪਹਿਲਾਂ ਉਸ ਏਰੀਏ 'ਚ ਜਿਹੜੇ ਲੱਖਾਂ ਲੋਕ ਛੋਟੇ ਛੋਟੇ ਕਾਰੋਬਾਰ ਕਰਕੇ ਢਿੱਡ ਪਾਲ ਰਹੇ ਆ ਜਿਵੇਂ ਘੜੁੱਕੇ ਵਾਲੇ ਸੀਗੇ, ਆ ਜਿਹੜੇ ਹੁਣੇ ਮੋਟਰਸਾਈਕਲਾਂ ਵਾਲੇ ਆਪਾਂ ਕਰਕੇ ਹਟੇ ਆ, ਬਿਨਾਂ ਨੰਬਰਾਂ ਤੋਂ ਗੱਡੀਆਂ ਜਿਹੜੀਆਂ ਜਗਾੜ ਵਾਲੇ। ਹੁਣ ਜੇ ਤੁਸੀਂ ਇਹੋ ਜਿਹੀਆਂ ਗੱਡੀਆਂ ਵੱਡੀਆਂ ਲੈ ਆਂਦੀਆਂ ਕੋਈ ਕਾਰਪੋਰੇਟ, ਮੈਂ ਤੇ ਤੁਹਾਡੇ ਛੂ ਕਰਦੇ, ਕੋਈ ਧੂੰਆਂ ਨਹੀਂ ਹੋਊਗਾ, ਇਲੈਕਟ੍ਰਿਕ ਗੱਡੀਆਂ ਹੋਣਗੀਆਂ, ਉਹ ਐਨ ਪੋਲਿਊਸ਼ਨ ਫ੍ਰੀ ਪੰਜਾਬ ਨੂੰ ਆਪਾਂ ਕੈਲੀਫੋਰਨੀਆ ਬਣਾਉਣਾ, ਉਹ ਗੱਲ ਫਿਰ ਆ ਗਈ। ਤਾਂ ਉਸ ਕਿਸਮ ਦਾ ਜੇ ਉਹ ਆ ਜਾਊਗਾ ਤੇ ਜਿਹੜੇ ਤੇ ਹੋਣਗੇ ਆਮ ਬੰਦੇ ਤੁਹਾਡੇ ਹਮਾ ਤੁਮਾ ਖਾਂਦੇ ਪੀਂਦੇ, ਉਹਨਾਂ ਨੂੰ ਤੇ ਚੰਗਾ ਲੱਗੂਗਾ, ਲਓ ਜੀ ਧੂੰਆਂ ਵੀ ਨਹੀਂ ਆ, ਗੱਡੀ ਵੀ ਸਾਫ਼ ਸੁਥਰੀ ਆ, ਨਵੀਂ ਆ, ਸੜਕ ਵੀ ਨਹੀਂ ਤੋੜਦੀ। ਤੇ ਜਿਹੜੇ ਥੱਲੇ ਰਗੜੇ ਗਏ ਲੱਖਾਂ ਲੋਕ ਘਰੇ ਬਹਿ ਗਏ, ਉਹਨਾਂ ਦਾ ਕੋਈ ਵਾਲੀਵਾਸ ਕਿਸੇ ਪੋਲੀਟੀਸ਼ੀਅਨ ਦੀ, ਕਿਸੇ ਸਰਕਾਰ ਦੀ ਉਹਨਾਂ ਪ੍ਰਤੀ ਕੋਈ ਜ਼ਿੰਮੇਵਾਰੀ ਹੈ? ਇਹ ਵੀ ਦੇਖਣ ਦੀ ਗੱਲ ਹੈ। ਮੈਂ ਕਹਿਣਾ ਇਹ ਚਾਹੁੰਦਾ ਆ ਕਿ ਕੋਈ ਇਹੋ ਜਿਹੇ ਨਾਨ ਵੜਨ ਕਿ ਸਾਡਾ ਤੇ ਰੁਜ਼ਗਾਰ ਦੇਣ ਦੀ ਜਗ੍ਹਾ ਉਹ ਜਿਹੜੇ ਪਹਿਲਾਂ ਰੁਜ਼ਗਾਰ ਬੈਠੇ, ਉਹ ਇੰਡਸਟਰੀ ਜਿਹੜੀ ਵੱਡੀ ਆਊਗੀ ਕੰਪੀਟੀਸ਼ਨ 'ਚ, ਉਹ ਉਹਨਾਂ ਦਾ ਵੀ ਰੁਜ਼ਗਾਰ ਜਾਂਦਾ ਰਹੇ। ਔਰ ਇਹ ਸਾਰੀ ਪਲੈਨਿੰਗ ਹੋਣੀ ਆ ਦਿੱਲੀ ਬੈਠ ਕੇ, ਕੇਜਰੀਵਾਲ ਨੇ ਪਲੈਨਿੰਗ ਕਰਨੀ ਆ, ਕਿਹਨੂੰ ਕਿੱਥੇ ਕਿੰਨਾ ਭੇਜਣਾ, ਕਿੰਨਾ ਮਾਲ ਉੱਥੇ ਕਿੱਧਰ ਨੂੰ ਜਾਣਾ, ਕਿੱਧਰ ਨੂੰ ਆਉਣਾ। ਸਾਰੇ ਕਿਸਮ ਦਾ ਮਾਲ, ਇੱਕ ਕਿਸਮ ਦਾ ਮਾਲ ਨਹੀਂ ਹੈ, ਰॉ ਮਟੀਰੀਅਲ ਵੀ ਆ, ਹੋਰ ਵੀ ਆ, ਤੁਹਾਨੂੰ ਪਤਾ। ਇਹ ਡੀਲਾਂ ਜਿਹੜੀਆਂ ਉੱਥੇ ਬੈਠ ਕੇ ਹੋਣੀਆਂ
ਤੇ ਉਹਦੀ ਗਾਂ ਇਹ ਮਾਊਥ ਪੀਸ ਹੈ, ਜਿਸ ਤਰ੍ਹਾਂ ਪ੍ਰੋਪੇਗੈਂਡਾ ਸੈਕਟਰੀ ਹੈ ਸਾਡਾ ਜਿਹੜਾ ਚੀਫ ਮਿਨਿਸਟਰ, ਇਹ ਕਹੂਗਾ ਆ ਗਈ ਜੀ ਫਲਾਨਾ ਆ ਗਈ ਜੀ, ਇਸ਼ਤਿਹਾਰ ਦੇ ਦੂਗਾ ਵੱਡਾ ਸਾਰਾ ਇੱਕ ਆਪਣਾ ਫੋਟੋ ਲਾ ਕੇ। ਇਹ ਕੰਮ ਚੱਲੀ ਜਾਣਾ ਇੱਥੇ। ਇਹ ਜੇ ਪੰਜਾਬ ਨੂੰ ਬਚਾਉਣਾ, ਅਸੀਂ ਇੱਕ ਦਿਨ ਪਹਿਲੇ ਦਿਨ ਤੋਂ ਇਹੀ ਕਹਿ ਰਹੇ ਹਾਂ ਕਿ ਭਗਵੰਤ ਸਿੰਘ ਮਾਨ ਜੀ ਤੁਸੀਂ ਤਕੜੇ ਹੋਵੋ, ਸ਼ੇਰ ਬਣੋ, ਤੁਸੀਂ ਅਸਲੀ ਸਰਕਾਰ। ਜੇ ਹੁਣ ਇਹ ਆਪ ਹੀ ਆਪਣੇ ਆਪ ਨੂੰ ਗਿੱਦੜ ਸਮਝੂਗਾ ਸ਼ੇਰ ਦੀ ਜਗ੍ਹਾ, ਤਾਂ ਫਿਰ ਜਿਹੜਾ ਉੱਥੇ ਉਹ ਤੇ ਸਵਾ ਸ਼ੇਰ ਹੋ ਹੀ ਜਾਊ, ਇਹਦੇ ਤੇ ਬੈਠ ਹੀ ਜਾਊ। ਹਾਲ ਦੀ ਘੜੀ ਜੋ ਅੱਜ ਵੀ ਸਮਝੌਤਾ ਹੋਇਆ ਜਾਂ ਜੋ ਵੀ ਗੱਲਾਂ ਬਾਤਾਂ ਚੱਲ ਰਹੀਆਂ, ਲੋਕਾਂ ਨੂੰ ਬਾਰ-ਬਾਰ ਇਹੀ ਪਹਿਲਾਂ ਤੇ ਸ਼ੰਕਾ ਸੀ, ਹੁਣ ਭਰੋਸਾ ਹੁੰਦਾ ਜਾ ਰਿਹਾ ਕਿ ਸਰਕਾਰ ਅਸਲ ਵਿੱਚ ਦਿੱਲੀ ਬੈਠੀ ਹੈ। ਇਹ ਤੇ ਉਹਨਾਂ ਦੇ ਗਾਂ ਦਸਤਖਤ ਕਰਨ ਵਾਲੇ, ਉਹਨਾਂ ਦੇ ਹੁਕਮ ਨੂੰ ਅੱਗੇ ਗਾਂ ਕਾਗਜ਼ ਨੂੰ ਤੋੜਨ ਵਾਲੇ ਹੈਗੇ। ਇਹ ਪੰਜਾਬ ਦਾ ਇੱਕ ਵੱਡੀ ਤਰਾਸਦੀ ਤੇ ਦਿਖਾਂਤ ਹੋਊਗਾ ਜੇ ਹੋਰ ਵੀ ਆਉਣ ਵਾਲੇ ਸਮੇਂ 'ਚ ਇਸ ਪਾੜੇ ਨੂੰ ਜਾਂ ਇਸ ਦਿਖਾਂਤ ਨੂੰ ਨਾ ਸੁਧਾਰਿਆ ਗਿਆ। ਕਾਂਗਰਸ ਦਾ ਆਪਣਾ ਰੌਲਾ ਮੁੱਕਣ ਦਾ ਨਾਂ ਨਹੀਂ ਲੈ ਰਿਹਾ, ਮੁਕਾਬਲਾ ਕੀ ਕਰਨਾ ਹੈ। ਪਰ ਇੱਥੇ ਤਾਂ ਜਿਵੇਂ ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ਸਾਹਿਬ ਪਹਿਲਾਂ ਇਹ ਤੈਅ ਕਰ ਲੈਣ ਕਿ ਉਹਨਾਂ ਨੂੰ ਪਾਰਟੀ ਨੇ ਮਾਨਤਾ ਦਿੱਤੀ ਹੈ ਜਾਂ ਨਹੀਂ ਦਿੱਤੀ, ਜਿਸ ਤਰੀਕੇ ਨਾਲ ਉਹ ਚੱਲ ਰਹੇ ਨੇ। ਤੇ ਸਿੱਧੂ ਸਾਹਿਬ ਦੀਆਂ ਤਸਵੀਰਾਂ ਪ੍ਰਸ਼ਾਂਤ ਕਿਸ਼ੋਰ ਨਾਲ ਵਾਇਰਲ ਨੇ, ਉਹ ਸਿੱਧੂ ਸਾਹਿਬ ਨੇ ਆਪ ਆਪਣੇ ਫੇਸਬੁੱਕ ਤੇ ਪਾਈ ਹੈ, ਤੇ ਨਾਲ ਉਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਉਹਨਾਂ ਦਾ ਬਿਆਨ ਆ ਗਿਆ, ਉਹਨਾਂ ਨੇ ਵੀ ਫੇਸਬੁੱਕ ਤੇ ਪਾਤਾ ਕਿ ਮੈਂ ਕਾਂਗਰਸ ਦੇ ਨਾਲ ਨਹੀਂ ਚੱਲਣਾ। ਪਹਿਲਾਂ ਕਈ ਦਿਨ ਮੀਟਿੰਗਾਂ ਚੱਲਦੀਆਂ ਰਹੀਆਂ। ਇਧਰੋਂ ਸੁਨੀਲ ਜਾਖੜ ਹੋਣਾ ਦਾ ਰੌਲਾ, ਉਹ ਕਹਿੰਦੇ ਗੁੱਡ ਲੱਕ ਕਾਂਗਰਸ ਨੂੰ। ਮਤਲਬ ਕਿ ਚੱਲ ਕੀ ਰਿਹਾ, ਏਦਾਂ ਲੱਗਦਾ ਹੈ ਕਿ ਨਵਜੋਤ ਸਿੱਧੂ ਹੁਣ ਆਪਣਾ ਧੜਾ ਜੇ ਪਾਰਟੀ ਕੱਢਦੀ ਠੀਕ ਹੈ, ਨਹੀਂ ਕੱਢਦੀ ਤਾਂ ਉਸ ਤਰੀਕੇ ਨਾਲ ਹੀ ਚੱਲਣਗੇ ਕਿ ਕੋਈ ਤਾਂ ਮੁਕਾਬਲਾ ਕਰਨ ਲਈ ਚਾਹੀਦਾ ਫਿਰ ਇਹੋ ਜਿਹੀਆਂ ਧਿਰਾਂ ਦਾ। ਦੇਖੋ, ਇਹ ਬੜੀ ਅਫਸੋਸ ਦੀ ਗੱਲ ਆ, ਦੇਸ਼ ਦੇ ਅੰਦਰ ਜਿਵੇਂ ਰਾਜਨੀਤੀ ਚੱਲ ਰਹੀ ਹੈ, ਆਪਾਂ ਸਾਰੇ ਮਨਵਾਦੀ ਆ, ਇਨਸਾਫ ਪਸੰਦ ਵਾਲੇ ਲੋਕ ਹੈਗੇ ਆ, ਜਿਨ੍ਹਾਂ ਦਾ ਜੇ ਕਿਸੇ ਨਾਲ ਵੀ ਧੱਕਾ ਹੁੰਦਾ, ਉਹ ਕਿਸੇ ਮਜ਼ਹਬ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਉਹ ਪੰਡਿਤ ਹੈਗਾ ਜਾਂ ਦਲਿਤ ਹੈਗਾ, ਉਹ ਮੁਸਲਮਾਨ ਹੈ ਜਾਂ ਈਸਾਈ ਹੈਗਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਧੱਕਾ ਨਹੀਂ ਹੋਣਾ ਚਾਹੀਦਾ ਸਾਡੇ ਦੇਸ਼ ਦੇ, ਸਾਡੀਆਂ ਅੱਖਾਂ ਸਾਹਮਣੇ ਧੱਕਾ ਨਹੀਂ ਹੋਣਾ ਚਾਹੀਦਾ। ਪਰ ਜਿਵੇਂ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਹੋਰ ਸਾਰੇ ਮਿਲ ਕੇ ਆ ਬਾਰ-ਬਾਰ ਜਿਹੜੀਆਂ ਉਹਨਾਂ ਦੀਆਂ ਧਾਰਮਿਕ ਸੰਸਥਾਨ, ਉਹ ਜਿਹੜੀਆਂ ਕਾਨਫਰੰਸਾਂ ਹੋ ਰਹੀਆਂ ਆ, ਹਰਿਦੁਆਰ ਤੋਂ ਬਾਅਦ ਹੋਰ ਜਗ੍ਹਾ ਤੇ ਵੀ ਹੋ ਰਹੀਆਂ, ਕਈ ਜਗ੍ਹਾ ਤੇ ਉਹਨਾਂ ਨੂੰ ਰੋਕਿਆ ਗਿਆ, ਅੱਜ ਵੀ ਕਿਤੇ ਨਾ ਕਿਤੇ ਹੋਣੀ ਹੈ। ਇਹ ਸਾਰਾ ਜੋ ਕੁਝ ਚੱਲ ਰਿਹਾ, ਅੱਗ ਲਾਈ ਜਾ ਰਹੀ ਹੈ ਫਿਰਕਾ ਪ੍ਰਸਤੀ ਦੀ, ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਨਾਲੇ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ, ਨਾਲੇ ਉਹਨਾਂ ਦੇ ਧਾਰਮਿਕ ਸੰਸਥਾਨਾਂ ਦੇ ਅੱਗੇ ਇਹੋ ਜਿਹੇ ਮਜ਼ਾਰੇ ਕੀਤੇ ਜਾ ਰਹੇ ਕਿ ਜਿੱਥੋਂ ਭੜਕਣ, ਤੈਸ਼ ਚਾਉਣ, ਨਾਲੇ ਉਹਨਾਂ ਨੂੰ ਕੋਈ ਇਨਸਾਫ ਦੇਣ ਦੀ ਜਗ੍ਹਾ ਘਰ ਢਾਈ ਜਾਂਦੇ ਆ। ਯਾਨੀ ਇਹਨਾਂ ਹਾਲਾਤਾਂ ਦੀ ਜਿਹੜੀ ਪੋਲਿਟਿਕਸ ਆ, ਉਹਦੇ 'ਚ ਰਾਹ ਲੱਭਣ ਲਈ ਵੀ ਆਪਾਂ ਹੁਣ ਇਹਦਾ ਮੁਕਾਬਲਾ ਕਿਵੇਂ ਕਰੀਏ। ਕਾਂਗਰਸ ਇੱਕ ਬੜੀ ਦੇਰ ਤੱਕ ਉਮੀਦ ਲੋਕਾਂ ਨੂੰ ਦਿਖਦੀ ਸੀ। ਸਾਡੇ ਪੰਜਾਬ ਦੇ ਬੰਦੇ ਇਸ ਇਸ਼ੂ ਦੇ ਉੱਤੇ ਬਹੁਤ ਅਹਿਮ ਭੂਮਿਕਾ ਨਿਭਾ ਸਕਦੇ ਸੀ ਕਿ ਤੁਸੀਂ ਅੱਜ ਤੱਕ ਭਾਵੇਂ ਉਹ ਰਾਜਾ ਵੜਿੰਗ ਹੋਵੇ, ਭਾਵੇਂ ਉਹ ਬਾਜਵਾ ਸਾਹਿਬ ਹੋਣ, ਭਾਵੇਂ ਰੰਧਾਵਾ ਜੀ ਹੋਣ, ਭਾਵੇਂ ਉਹ ਹੋਰ ਕੋਈ ਹੋਵੇ, ਈਵਨ ਨਵਜੋਤ ਸਿੰਘ ਸਿੱਧੂ ਹੋਵੇ, ਇਹਨਾਂ ਸਾਰਿਆਂ ਤੋਂ ਕੋਈ ਇਹ ਚਿੰਤਾਵਾਂ ਕਦੀ ਤੁਸੀਂ ਗੱਲ ਕਰਦੇ ਸੁਣਿਆ ਉਹਨਾਂ ਨੂੰ? ਸਵਾਏ ਆਪਣੀਆਂ ਫੜਾਂ ਤੇ ਹਉਮੈ ਤੇ ਸਵਾਏ ਆਹ ਕਰਨਾ, ਉਹ ਕਰਨਾ, ਇਹ ਕਰਨਾ, ਚੱਕ ਦਿਆਂਗੇ, ਮਾਰ ਦਿਆਂਗੇ, ਫਲਾਣੇ ਨੂੰ ਇੰਜ ਠੋਕ ਦਿਆਂਗੇ, ਕੀ ਗੱਲਾਂ ਆ ਤੁਹਾਡੇ? ਤੁਸੀਂ ਇੱਕ ਨੈਸ਼ਨਲ ਪਾਰਟੀ ਆ, ਸਭ ਤੋਂ ਪੁਰਾਣੀ ਪਾਰਟੀ ਹੈ, ਔਰ ਉਹਦੇ ਤੁਸੀਂ ਕਰਿੰਦੇ ਆ। ਪ੍ਰਧਾਨ ਵੀ ਰਹਿ ਗਿਆ ਨਵਜੋਤ ਸਿੰਘ ਸਿੱਧੂ, ਹੁਣ ਰਾਜਾ ਵੜਿੰਗ ਆ। ਭਈ ਜੇ ਉਹ ਤੁਹਾਡੇ ਵੇਲੇ ਤੁਹਾਨੂੰ ਸਾਥ ਦਿੰਦੇ ਸੀ, ਹੁਣ ਤੁਸੀਂ ਉਹਨਾਂ ਨੂੰ ਸਾਥ ਦਿਓ। ਨਹੀਂ, ਮੈਂ ਸਾਰੇ ਪਾਸੇ ਕਾਂਗਰਸ ਦੀ ਜਿਹੜੀ ਪੰਜਾਬ ਦੀ ਆ, ਜੋ ਦੁਰਦਸ਼ਾ ਉਹਨਾਂ ਨੇ 18 ਸੀਟਾਂ ਤੇ ਆ ਕੇ ਆਪਣੀ ਕੀਤੀ ਹੈ, ਮੈਨੂੰ ਲੱਗਦਾ ਹੋਰ ਅਜੇ ਆਪਣੇ ਮੁੰਨੇ ਤੇਲ ਆਪ ਹੀ ਦੇਣਗੇ। ਅਫਸੋਸ ਦੀ ਗੱਲ ਆ, ਸਾਨੂੰ ਇਸ ਕਰਕੇ ਦੁੱਖ ਹੁੰਦਾ ਕਿ ਧਰਮਵੀਰ ਗਾਂਧੀ ਵਰਗੇ ਬੰਦੇ, ਆਪਾਂ ਅੱਗੇ ਵੀ ਕਈ ਵਾਰੀ ਗੱਲ ਕੀਤੀ, ਉਹ ਬਿਲਕੁਲ ਮਨਵਾਦੀ, ਇਨਸਾਫ ਪਸੰਦ ਬੰਦੇ, ਜਿਹੜੇ ਇਸਲਾਮ ਦੇ ਵਿੱਚ ਵੀ ਮੁਫਤ ਡਾਕਟਰੀ 4-5 ਸਾਲ ਲੁਧਿਆਣੇ 'ਚ ਕਰਦੇ ਰਹੇ, ਜਦੋਂ ਨਵੇਂ-ਨਵੇਂ ਡਾਕਟਰ ਬਣੇ ਸੀ, ਲੋਕਾਂ ਦੀ ਸੇਵਾ ਕਰਦੇ ਰਹੇ। ਇਸ ਕਿਸਮ ਦੇ ਡਾਕਟਰ ਹੈਗੇ। ਉਹ ਖੁਦ ਜਾ ਕੇ ਕਾਂਗਰਸ ਦੀਆਂ 2-4 ਰੈਲੀਆਂ ਦੇ ਵਿੱਚ ਬੋਲ ਕੇ ਆਏ, ਆਪਣਾ ਧਰਮ ਨਿਭਾ ਕੇ ਆਏ। ਇਸ ਕਰਕੇ ਨਹੀਂ ਕਿ ਉਹਨਾਂ ਨੂੰ ਕਾਂਗਰਸ ਚੰਗੀ ਲੱਗਦੀ ਹੈ, ਕਾਂਗਰਸ ਦੇ ਤੇ ਬਹੁਤ ਕ੍ਰਿਟੀਕਲ ਆ। ਇਸ ਕਰਕੇ ਕਿ ਜੋ ਦੇਸ਼ ਦੇ ਅੱਜ ਹਾਲਾਤ ਫਿਰਕਾ ਪ੍ਰਸਤੀ ਵਾਲੇ, ਲਾਂਬੂ ਲਾਉਣ ਵਾਲੇ, ਟੁੱਟਣ ਵਾਲੇ, ਕਮਜ਼ੋਰ ਹੋਣ ਵਾਲੇ, ਵੱਡਾ ਟੁੱਕੀ ਵਾਲੇ ਬਣਦੇ ਜਾ ਰਹੇ ਆ, ਕੁੱਟਣ ਮਾਰਨ ਵਾਲੇ, ਅੱਗਾਂ ਲਾ ਦਿਓ, ਉਹੋ ਜਿਹੇ ਬਣਦੇ ਜਾ ਰਹੇ, ਉਹਨੂੰ ਰੋਕੀਏ ਕਿਵੇਂ? ਸਾਡੀ ਚਿੰਤਾ ਆ। ਉਹ ਇਸ ਕਰਕੇ ਕਿ ਉਹਨਾਂ ਨੂੰ ਲੱਗਾ ਕਿ
ਜਿਹੋ ਜੀ ਮਾੜੀ ਚੰਗੀ ਟੁੱਟੀ ਭੱਜੀ ਸਰਕਾਰ ਜੇ ਕਾਂਗਰਸ ਨਾਲ ਦੂਜੀਆਂ ਪਾਰਟੀਆਂ ਦੇ ਰਲ ਕੇ ਕੋਈ ਚੰਗਾ ਪਲੇਟਫਾਰਮ ਬਣਾਏ ਤਾਂ ਇਹ ਸਾਡਾ ਬਚਾਅ ਦੇਸ਼ ਦਾ ਮਾੜਾ ਮੋਟਾ ਹੋ ਸਕਦਾ। ਇੰਜ ਵੀ ਸੋਚਣ ਦੀ ਲੋੜ ਆ, ਪੰਜਾਬ ਕੋਈ ਦੇਸ਼ ਤੋਂ ਬਾਹਰ ਨਹੀਂ ਹੈ, ਨਾ ਆਜ਼ਾਦੀ ਵੇਲੇ ਸੀ ਨਾ ਅੱਜ ਹੈਗਾ, ਪਰ ਇਹ ਸੋਚਦੇ ਨਹੀਂ ਜਿਹੜਾ ਤੁਸੀਂ ਸਵਾਲ ਖੜਾ ਕੀਤਾ। ਹੁਣ ਪ੍ਰਸ਼ਾਂਤ ਪੀਕੇ ਨੂੰ ਉੱਤੇ ਲੈਣ ਲਈ ਤਿਆਰ ਸੀ। ਪੀਕੇ ਸਾਹਿਬ ਨੇ ਜਾ ਕੇ ਉੱਥੇ ਤੇਲੰਗਾਨਾ ਦੇ ਉੱਥੇ ਦੇ ਜਿਹੜੇ ਹੋਣ ਵਾਲੇ ਚੀਫ ਮਿਨਿਸਟਰ ਉਹਨਾਂ ਨਾਲ ਕੋਈ ਗੱਲਬਾਤ ਕਰ ਲਈ। ਉੱਥੇ ਉਹਨਾਂ ਦੀ ਵਿਰੋਧੀ ਪਾਰਟੀ ਕਾਂਗਰਸ ਆ। ਹੁਣ ਇਸ ਪਾਸੇ ਉਹਨੂੰ ਉਹ ਕਾਂਗਰਸ ਦਾ ਅਹੁਦੇਦਾਰ ਬਣਾ ਲੈਣ, ਉੱਥੇ ਉਹ ਤੇਲੰਗਾਨਾ ਦੇ ਵਿੱਚ ਜਾ ਕੇ ਇਹਨਾਂ ਦੀ ਵਿਰੋਧੀ ਪਾਰਟੀ ਨੂੰ ਸਕੀਮਾਂ, ਕਿਉਂਕਿ ਉਹਨਾਂ ਨੇ ਹਾਇਰ ਕਰ ਲਿਆ, ਇਹਨੂੰ ਸਕੀਮਾਂ ਦੱਸ ਦਿਓ ਵੀ ਕੀ ਕੰਮ ਹੋਇਆ, ਕਿੱਦਾਂ ਹੋਊਗਾ। ਹੁਣ ਇਹ ਬੜੀ ਸਾਡੀ ਸਮਝ ਤੋਂ ਬਾਹਰ ਆ। ਮੈਨੂੰ ਲੱਗਦਾ ਜਿਹੜਾ ਸਟਾਇਰ ਪੀਕੇ ਨੇ ਕਾਂਗਰਸ ਤੇ ਮਾਰਿਆ ਉਹਦੇ ਤੋਂ ਸਿੱਖਣ ਦੀ ਲੋੜ। ਉਹਨਾਂ ਨੇ ਕੀ ਕਿਹਾ ਕਿ ਮੇਰੇ ਆਉਣ ਦੇ ਨਾਲ ਜਾਂ ਨਾ ਆਉਣ ਦੇ ਨਾਲ ਇਹਨਾਂ ਨੂੰ ਕੋਈ ਬਹੁਤਾ ਫਰਕ ਪੈਣਾ ਨਹੀਂ। ਇਹ ਅੰਦਰ ਇਹਨਾਂ ਦੇ ਜਿਹੜਾ ਗਾਲਾ ਪੈ ਗਿਆ ਜਾਂ ਇਹਨਾਂ ਨੂੰ ਘੁਣ ਲੱਗ ਗਿਆ, ਉਸ ਨੂੰ ਜੇ ਸੂਤਰ ਨਹੀਂ ਕਰਦੇ, ਢਾਂਚੇ ਨੂੰ ਸੂਤਰ ਨਹੀਂ ਕਰਦੇ, ਕਾਂਗਰਸ ਦਾ ਕੋਈ ਭਵਿੱਖ ਨਹੀਂ। ਇਸ ਗੱਲ ਨੂੰ ਸੀਰੀਅਸਲੀ ਲੈਣਾ ਚਾਹੀਦਾ। ਮੈਂ ਤੇ ਇੱਕ ਸਟੈਪ ਹੋਰ ਵੀ ਅਗਲਾ ਕਹਿੰਦਾ ਕਿ ਕਾਂਗਰਸ ਨੂੰ ਇਹ ਵੀ ਫੈਸਲਾ ਕਰਨਾ ਚਾਹੀਦਾ ਕਿ ਉਹਨਾਂ ਨੇ ਦੇਸ਼ ਦੀਆਂ ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ, ਜਿਹੜੀਆਂ ਮਾਨਵਵਾਦੀ ਸ਼ਕਤੀਆਂ, ਜਿਹੜੇ ਦਲਿਤਾਂ ਦੇ ਨਾਲ, ਗਰੀਬਾਂ ਦੇ ਨਾਲ, ਔਰਤਾਂ ਨਾਲ ਖੜੇ ਹੋਣ ਵਾਲੀਆਂ ਸ਼ਕਤੀਆਂ ਉਹ ਸੋਚ ਦੇ ਨਾਲ ਮੈਦਾਨ 'ਚ ਉਤਰਨਾ, ਜਾਂ ਇਹਨਾਂ ਨੇ ਵੀ ਜਿਵੇਂ ਪੰਜਾਬ ਦੇ ਕਾਂਗਰਸੀ ਸੱਤਾ ਲਈ ਹਲਕਾਏ ਹੋਏ, ਕਿਸੇ ਨੂੰ ਵੀ ਕੁੱਟਮਾਰ ਵੱਢ ਟੁੱਕ ਸਕਦੇ ਤੇ ਕਿਤੇ ਵੀ ਜਾ ਸਕਦੇ, ਇਹੋ ਜਿਹੀ ਜਿਹੜੀ ਹਾਲਤ ਪੰਜਾਬ ਦੇ ਵਿੱਚ ਬਣਾਈ ਹੋਈ ਹੈ। ਇੱਕ ਦੂਜੇ ਨਾਲ ਕੁੱਟਮਾਰ ਮਤਲਬ ਫਿਜ਼ੀਕਲੀ ਨਹੀਂ ਕੁੱਟਦੇ, ਗੱਲਾਂ ਬਾਤਾਂ ਬਿਆਨ ਰੋਜ਼ ਇਹੋ ਹੀ ਆ ਨਾ, ਇੱਕ ਦੂਜੇ ਨੂੰ ਕੱਟਦੇ ਆ, ਜਾਨੀ ਕਹਿ ਲਓ। ਜੇ ਇਸ ਤਰੀਕੇ ਨਾਲ ਹੀ ਰਹਿਣਾ ਫਿਰ ਤੇ ਕੋਈ ਜਾਨੀ ਉਮੀਦਾਂ ਨਹੀਂ। ਉਹਨਾਂ ਨੂੰ ਬਿਲਕੁਲ ਤੇ ਬਿਲਕੁਲ ਇੱਕ ਨਵੀਂ ਸੋਚ, ਇੱਕ ਨਵਾਂ ਪਿਓਤੜਾ, ਇੱਕ ਨਵਾਂ ਵਿਜ਼ਨ, ਨਵੇਂ ਹਾਲਾਤਾਂ 'ਚ ਲਾਈਨ ਖਿੱਚ ਕੇ ਬੀਜੇਪੀ ਨਾਲ ਲੜਾਈ ਲੜਨੀ ਪਊਗੀ। ਭਾਵੇਂ ਹਾਰ ਜਾਣ ਕੋਈ ਹਰਜ ਨਹੀਂ ਹੈ, ਪਰ ਆਉਣ ਵਾਲੇ ਸਮੇਂ 'ਚ ਇੱਕ ਆਪਣਾ ਭਵਿੱਖ ਬਣਾ ਲੈਣਗੇ। ਪਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਕਾਂਗਰਸ ਦੇ ਅੰਦਰ ਕਾਂਗਰਸੀ ਇਹੋ ਜਿਹੇ ਆ ਜਿਹੜੇ ਬੀਜੇਪੀ ਦੇ ਰੰਗ ਦੇ ਜ਼ਿਆਦਾ ਆ ਤੇ ਕਾਂਗਰਸ ਦੇ ਧਰਮ ਨਿਰਪੱਖ, ਜਮਹੂਰੀਅਤ ਪਸੰਦ, ਇਨਸਾਫ ਪਸੰਦ ਜਿਹੜੀ ਰਾਜਨੀਤੀ ਹੈ ਉਹਦੇ ਵੱਲ ਨੂੰ ਉਹਨਾਂ ਦੀ ਤਵੱਕੋਂ ਘੱਟ ਹੈ, ਕਿਉਂਕਿ ਖਾਣ ਪੀਣ ਦੀਆਂ ਪੁਰਾਣੀਆਂ ਆਦਤਾਂ ਮਗਰਮੱਛਾਂ ਵਾਂਗੂ ਮੋਟੇ ਜਿਹੜੇ ਸਾਰੇ ਪਾਸੇ ਫੈਲੇ ਹੋਏ ਹੈਗੇ ਆ, ਛੋਟੇ ਨੂੰ ਛੱਡਣਾ ਹੀ ਨਹੀਂ। ਉਹ ਜਿਹੜੀ ਬਿਰਤੀ ਹੈ ਉਹ ਕਿੱਦਾਂ ਜਾਵੇ ਹੁਣ? ਤੇ ਸੰਕਟ ਬੜਾ ਭਾਰੀ ਹੈ। ਤੁਸੀਂ ਕੱਲਾ ਪੰਜਾਬ ਤੱਕ ਇਹਨੂੰ ਨਾ ਦੇਖੋ, ਇੱਕੋ ਹੀ ਰੱਬ ਅੱਗੇ ਅਰਦਾਸ ਕਰੋ, ਅੱਲਾ ਅੱਗੇ ਵੀ ਕਰੋ, ਜਿਸ ਤਰ੍ਹਾਂ ਵੀ ਹੈ ਰੋਜ਼ੇ ਚੱਲ ਰਹੇ ਆ, ਕਿ ਜਿਹੜਾ ਸ਼ਿਵਰ ਹੁਣ ਉਦੇਪੁਰ 'ਚ ਇਹਨਾਂ ਦਾ ਹੋਣਾ, ਸ਼ਾਇਦ ਕੋਈ ਉੱਥੇ ਮਾੜੀ ਮੋਟੀ ਅਕਲ ਦੀ ਗੱਲ ਹੋ ਜਾਏ। ਪਰ ਮੈਨੂੰ ਸੱਚੀ ਗੱਲ ਜੇ ਪੁੱਛੋ ਤੇ ਬਹੁਤੀ ਉਮੀਦ ਨਹੀਂ ਲੱਗਦੀ। ਕਮੇਟੀਆਂ ਫਲਾਨਾ ਟਮਕਾਣਾ, ਕਮੇਟੀਆਂ ਦੇ ਨਾਲ 6 ਕਮੇਟੀਆਂ ਬਣਾਤੀਆਂ, ਕੋਈ ਖੇਤੀ ਤੇ ਰਿਪੋਰਟ ਕਰੂ, ਫਲਾਨਾ ਕਰੂ। ਉਹ ਭਾਈ ਇੱਥੇ ਤੇ ਝੰਡਾ ਚੱਕ ਕੇ ਡਾਂਗ ਸੋਟਾ ਲੈ ਕੇ ਅੱਗੇ ਲੀਡ ਕਰਨ ਦੀ ਲੋੜ ਆ, ਮੈਦਾਨ 'ਚ ਉਤਰਨ ਦੀ ਲੋੜ ਆ। ਬੈਠ ਜਾਓ ਹਲਾ 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 ਕਰਕੇ, ਦਿੱਲੀ ਬੈਠੇ ਆ ਜੰਤਰ ਮੰਤਰ ਤੇ ਤੁਹਾਡਾ ਅੱਧਾ ਸਾਲ ਨਿਕਲਣਾ ਚਾਹੀਦਾ। ਤੁਸੀਂ ਉਤਰੋ ਮੈਦਾਨ 'ਚ, ਲੋਕ ਆਉਣਗੇ। ਜਿਵੇਂ ਅੰਨਾ ਹਜ਼ਾਰੇ ਇੱਕ ਵਾਰੀ ਆਇਆ ਸੀ, ਤੁਸੀਂ ਬੈਠੇ ਬਿਆਨ ਜੇ ਦੇ ਕੇ ਟੁੱਟੇ ਭੱਜੇ ਜੇ, ਕਦੀ ਕਮੇਟੀਆਂ ਬਣਾਤੀਆਂ। ਕੋਈ ਸਰਕਾਰ ਚਲਾ ਰਹੇ ਬੈਠੇ ਤੁਸੀਂ, ਕਿ ਜਾਂ ਵਿਰੋਧੀ ਪਾਰਟੀ ਜਿਹੜੀ ਆ ਉਹਦੇ ਚੋਂ ਨਿਕਲ ਕੇ ਸਰਕਾਰ ਨੂੰ ਢਾਹ ਕੇ ਤੁਸੀਂ ਸੱਤਾ 'ਚ ਆਉਣਾ? ਤੇ ਸੱਤਾ 'ਚ ਆਉਣ ਲਈ ਜਿਹੜੀਆਂ ਵਿਉਂਤਬੰਦੀ, ਪਿਉਂਤੜੇਬਾਜ਼ੀ ਅਲੱਗ ਕਿਸਮ ਦੀ ਹੁੰਦੀ ਹੈ, ਉਹਦੀਆਂ ਮੈਨੂੰ ਉਮੀਦਾਂ ਘੱਟ ਦਿਖ ਰਹੀਆਂ। ਤੇ ਦੇਖੋ ਜੋ ਵੀ ਹੈ, ਅਸੀਂ ਤੇ ਅਰਦਾਸਾਂ ਹੀ ਕਰ ਸਕਦੇ ਇਹਨਾਂ ਹਾਲਾਤਾਂ ਦੇ ਵਿੱਚ ਕਿ ਦੇਸ਼ ਸ਼ਾਂਤੀ ਰਹੇ, ਕਿਤੇ ਆਪਾਂ ਬਹੁਤ ਹੀ ਕਿਤੇ ਇੱਥੇ ਦੇ ਲੋਕਾਂ ਦੀ ਸ਼ਾਂਤੀ ਨੂੰ ਲਾਂਭੂ ਨਾ ਲਾ ਦਈਏ। ਅਖੀਰ ਦੇ ਵਿੱਚ ਪ੍ਰੋਫੈਸਰ ਸਾਹਿਬ, ਖਬਰ ਜਿਹੜੀ ਹੈ ਉਹ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਹੋਣਾ ਨਾਲ ਜੁੜੀ ਆ। ਇੱਕ ਥਾਂ ਤੇ ਉਹਨਾਂ ਨੇ ਅੱਜ ਕਹਿਤਾ ਕਿ ਜਿਹੜੇ ਕਿਸਾਨ ਨੇ ਇਹ ਕੀਟਨਾਸ਼ਕ ਵਰਤਦੇ ਨੇ ਵੱਧ ਤੋਂ ਵੱਧ ਕਿ ਪੈਦਾਵਾਰ ਵੱਧ ਹੋਵੇ ਫਸਲ ਦੀ, ਪਰ ਉਹ ਆਪ ਨਹੀਂ ਖਾਂਦੇ। ਕਹਿੰਦੇ ਲੋਕਾਂ ਦੇ ਵਿੱਚੋਂ ਖਾ ਦਿੰਦੇ ਨੇ। ਕਹਿੰਦੇ ਚਾਹੀਦਾ ਹੈ ਕਿ ਸਾਫ਼ ਸੁਥਰੀ ਖੇਤੀ ਕਰਨ, ਆਰਗੈਨਿਕ ਖੇਤੀ ਕਰਨ। ਕਹਿੰਦੇ ਆਪਣੇ ਮਾਲਾ ਮਾਲ ਹੋਣ ਦੇ ਲਈ ਇਸ ਪਾਸੇ ਵੱਲ ਤੁਰ ਪਏ। ਇਹ ਤੋਮਰ ਸਾਹਿਬ ਇਹਨਾਂ ਦੇ ਘਰ ਪਰੌਂਠੇ ਛੱਡ ਕੇ ਜਾਂਦੇ ਉੱਥੇ ਦੇ, ਕੀ ਗੱਲਾਂ ਮਾਰਦੇ, ਕਿੱਥੋਂ ਖਾਂਦੇ ਆ? ਜਿੰਨੀ ਕਣਕ ਪੈਦਾ ਹੁੰਦੀ ਆ ਤਕਰੀਬਨ ਉਹਦਾ 40% 42% ਇੱਥੇ ਖਾਂਦੇ ਹੀ ਆ, ਉਹ ਘਰੇ ਰੱਖਦੇ ਆ। ਫਿਰ ਜੇ
ਚੌਲ ਤੇ ਖਾਂਦੇ ਨਹੀਂ। ਚੌਲ ਤੇ ਜਿਹੜੇ ਆ 92-93% ਮਾਰਕੀਟ ਚਲੇ ਜਾਂਦੇ ਆ। 5-7% ਕੁਝ ਬੀਜ ਦੇ ਲਈ ਬਚਦੇ ਆ, 7% ਕੁਝ ਕੁ ਮਾੜਾ ਮੋਟਾ ਕਦੀ ਕਦੀ ਚੰਗੇ ਚੌਲ ਖਾਂਦੇ ਵੀ ਹੋਣਗੇ ਕਦੀ ਕਿਤਾ। ਪਰ ਖਾਂਦੇ ਤੇ ਰੋਟੀਆਂ ਹੀ ਆ। ਸਵੇਰੇ ਪਰੌਂਠੇ ਖਾਂਦੇ, ਦਿਨੇ ਰੋਟੀਆਂ ਖਾਂਦੇ ਆ। ਇਹੀ ਖਾਂਦੇ ਜਿਹੜੇ ਘਰ ਪੈਦਾ ਕਰਦੇ ਆ। ਬਾਹਰੋਂ ਕਿੱਥੋਂ ਆਟਾ ਤੇ ਦੇਖੋ 3 ਗੁਣਾ ਰੇਟ ਤੇ ਮਿਲ ਰਿਹਾ। ਉਹ ਹਮਾਂ ਤੁਮਾਂ ਤੇ ਖਾਣਗੇ ਸ਼ਹਿਰੀ ਮਾਰਕੀਟ ਚੋਂ ਲਿਫਾਫੇ ਲਿਆ ਕੇ। ਪਿੰਡ ਵਾਲੇ ਥੋੜੀ ਕਰਦੇ। ਪਿੰਡ ਦੀਆਂ ਅਜੇ ਵੀ ਚੱਕੀਆਂ ਚੱਲਦੀਆਂ। ਇਹ ਥੋੜੀ ਕਿ ਆਪਣੀ ਕਣਕ ਵੇਚਣਗੇ ਮਗਰੋਂ ਲਿਫਾਫੇ 3 ਗੁਣਾ ਕੀਮਤ ਤੇ ਖਰੀਦਣਗੇ। ਇੰਜ ਕਿਵੇਂ ਹੋਊਗਾ? ਤੋਮਰ ਸਾਹਿਬ, ਤੁਸੀਂ ਨਾ ਗੱਲ ਬਿਆਨ ਕੁਝ ਦੇਣ ਤੋਂ ਪਹਿਲਾਂ ਸੋਚ ਲਿਆ ਕਰੋ, ਜਾਂ ਜਿਹੜੇ ਤੁਹਾਨੂੰ ਐਡਵਾਈਜ਼ਰ ਤੁਹਾਡੇ ਜਿਹੋ ਜਿਹੇ ਬਿਆਨ ਦਿੰਦੇ ਆ ਉਹ ਗਲਤ ਆ। ਆਰਗੈਨਿਕ ਖੇਤੀ RSS ਦੇ ਏਜੰਡੇ ਦਾ ਹਿੱਸਾ, BJP ਦੇ ਏਜੰਡੇ ਦਾ ਹਿੱਸਾ। ਇੱਥੇ ਕਈ RSS ਦੀਆਂ ਜਿਹੜੀਆਂ ਜਥੇਬੰਦੀਆਂ ਉਹ ਬੜੀ ਦੇਰ ਦੀ ਇਹਨੂੰ ਕਹਿੰਦੇ ਆ ਜੈਵਿਕ ਖੇਤੀ, ਉਹਦੇ ਲਈ ਲੱਗੀਆਂ ਹੋਈਆਂ ਵੀ ਆ। ਅਸੀਂ ਵੀ ਚਾਹੁੰਦੇ ਹਾਂ ਕਰ ਦਿਓ ਜੈਵਿਕ ਖੇਤੀ। ਭਾਈ ਜੈਵਿਕ ਖੇਤੀ ਜੇ ਕਰਨੀ ਆ ਤੇ ਉਹਦਾ ਪੂਰਾ ਸਿਸਟਮ ਚਾਹੀਦਾ। ਉਹਦੇ 'ਚ ਡੰਗਰ ਚਾਹੀਦੇ ਆ, ਮੱਝਾਂ, ਗਾਵਾਂ, ਆਰਗੈਨਿਕ ਮਨਿਓਰ ਚਾਹੀਦੀ ਆ, ਪੁਰਾਣਾ ਸਿਸਟਮ ਚਾਹੀਦਾ ਅੱਜ ਤੋਂ 100 ਸਾਲ ਪਹਿਲੇ ਦਾ। ਤੇ ਇਹਨਾਂ ਦੀ ਤੇ ਕੋਸ਼ਿਸ਼ ਇਹ ਆ ਕਿ ਅੱਜ ਤੋਂ 5000 ਸਾਲ ਪਿੱਛੇ ਲੈ ਜਾਈਏ। ਪਰ ਜਦੋਂ 5000 ਸਾਲ ਪਿੱਛੇ ਨਹੀਂ ਲਿਜਾ ਸਕਦੇ ਦੇਸ਼ ਨੂੰ, ਤੇ ਕਹਿੰਦੇ 100 ਤੇ ਲੈ ਹੀ ਜਾਈਏ ਨਾ। ਫਿਰ ਅਗਲੀ ਵਾਰ ਨੂੰ ਹੋਰ ਦੇਖ ਲਾਂਗੇ, ਹੋਰ 100 ਪਿੱਛੇ ਲੈ ਜਾਾਂਗੇ, ਹੌਲੀ ਹੌਲੀ ਲੈ ਜਾਾਂਗੇ ਜੇ ਇਕੱਠੇ ਨਹੀਂ ਜਾਂਦੇ ਵੈਦਿਕ ਪੀਰੀਅਡ ਨੂੰ। ਇਹ ਜਿਹੜੀ ਸੋਚ ਚੋਂ ਬੋਲ ਰਹੇ, ਸਾਨੂੰ ਸਾਰੀ ਸਮਝ ਪੈਂਦੀ ਹੈ, ਅਸੀਂ ਬੇਵਕੂਫ ਨਹੀਂ ਹੈ। ਇਹ ਹਰਾ ਇਨਕਲਾਬ ਕਿਸਾਨਾਂ ਨੇ ਪੰਜਾਬ ਦਿਆਂ ਨੇ ਨਹੀਂ ਸੀ ਕੀਤਾ। ਝੋਨਾ ਇਹਨਾਂ ਨੇ ਆਪ ਨਹੀਂ ਸੀ ਲਾਇਆ। ਇੱਥੇ ਤੇ ਪਨੀਰੀ ਵੀ ਬਾਹਰੋਂ ਬਿਹਾਰੀ ਲੇਬਰ। ਮੇਰੀ ਸਟੱਡੀ ਆਪਣੀ, ਮੈਂ ਕਿਤਾਬ ਲਿਖੀ ਹੋਈ ਹੈ ਸਾਰੇ ਗੱਲ ਤੇ, ਕਿ ਕਦੋਂ ਸਾਰੇ ਲੇਬਰਰ ਬਾਹਰੋਂ ਆਉਂਦੇ ਰਹੇ ਆ। ਇਸ ਲਈ ਇਹ ਜਿਹੜੇ ਬਾਹਰੋਂ ਆ ਕੇ ਇੱਥੇ ਸਾਰੀ ਲੇਬਰ ਨੇ ਖੇਤੀ ਨੂੰ ਹਰਾ ਇਨਕਲਾਬ ਇੱਥੇ ਲਿਆਂਦਾ। ਸਾਡੇ ਤੇ ਝੋਨਾ ਅਜੇ ਵੀ ਨਹੀਂ ਲਾਉਣ ਜਾਣਦੇ। ਤੁਹਾਨੂੰ ਪਤਾ ਬਾਹਰੋਂ ਲੇਬਰ ਨਾ ਆਵੇ ਤੇ ਇਹ ਸਾਡੇ ਵਾਲੇ ਬੰਦੇ ਜਿਹੜੇ ਆ ਕਿਸਾਨ ਜਿਹੜੇ ਕਿੰਨੇ ਦੁਖੀ ਹੁੰਦੇ ਆ। ਕਹਿਣ ਦਾ ਮਤਲਬ ਕਿ ਤੁਸੀਂ ਬਾਹਰੋਂ ਬੰਦੇ ਲਿਆ ਕੇ ਇੱਕ ਬਾਹਰਲੀ ਫਸਲ ਝੋਨਾ ਸਾਡੇ ਸਿਰ ਤੇ ਮੜਤਾ, ਲੇਬਰ ਵੀ ਬਾਹਰ ਦੀ। ਤੇ ਹੁਣ ਜਦੋਂ ਸਾਰੀ ਫਸਲ ਸਾਰੇ ਤੁਹਾਡਾ ਜਿਹੜਾ ਠੂਠਾ ਦੇਸ਼ ਦਾ ਛਡਾਤਾ, ਜਿਹੜਾ ਇੰਦਰਾ ਗਾਂਧੀ ਮੰਗਣ ਜਾਂਦੀ ਸੀ ਸਾਰੇ ਵਿਦੇਸ਼ਾਂ 'ਚ ਵੀ ਭੁੱਖੇ ਮਰਦੇ ਆ, ਕਣਕ ਨਹੀਂ ਆ। ਜਿਵੇਂ ਹੁਣ ਯੂਕਰੇਨ ਤੋਂ ਬਾਅਦ ਕਈ ਈਜਿਪਟ ਹੋਰ ਸਾਰੇ 30-40 ਦੇਸ਼ਾਂ 'ਚ ਸੰਕਟ ਬਣਿਆ ਪਿਆ ਵੀ ਕਿੱਥੋਂ ਰੋਟੀਆਂ ਖਾਣੀਆਂ। ਇਹ ਸਾਡੀ ਹਾਲਤ ਸੀਗੀ। ਹੁਣ ਇਹਨਾਂ ਨੂੰ ਇਹ ਲੱਗਦਾ ਕਿ ਨਹੀਂ ਨਹੀਂ, ਇਹ ਤੇ ਇਹਨਾਂ ਨੇ ਸਾਰਾ ਵਾਤਾਵਰਨ ਖਰਾਬ ਕਰਤਾ, ਕੀਟਨਾਸ਼ਕ ਦਵਾਈਆਂ ਪਾਤੀਆਂ, ਜ਼ਮੀਨ ਇੰਜ ਕਰਤੀ, ਫਲਾਨਾ ਹੋਈ ਹੈ। ਤੁਸੀਂ ਉਹਨਾਂ ਨੂੰ ਕਰੋ ਕਿ ਹਰ 1 ਏਕੜ ਦੇ ਪਿੱਛੇ 50,000 ਰੁਪਇਆ ਸਬਸਿਡੀ ਦਿਓ। ਬਾਕੀ ਦਾ ਉਹ ਬਰਦਾਸ਼ਤ ਕਰ ਲੈਣਗੇ ਕਿਸਾਨ। ਉਹ ਜੋ ਕਹੋਗੇ ਉਹੀ ਬੀਜਣਗੇ, ਤੇ ਜਿਸ ਤਰ੍ਹਾਂ ਕਹੋਗੇ ਉਂਝ ਹੀ ਬੀਜਣਗੇ। ਅਸੀਂ ਇੱਕ DAP ਨਹੀਂ ਪਾਉਂਦੇ, ਕਿਉਂਕਿ ਇਹਨਾਂ ਨੂੰ ਆ ਕਿ ਜਿਹੜੀ ਬਾਹਰੋਂ DAP ਬਾਹਰੋਂ ਆ ਰਹੀ ਹੈ ਨਾ ਜ਼ਿਆਦਾਤਰ, ਉਹਦੇ ਕਰਕੇ ਇਹਨਾਂ ਨੂੰ ਹਾਰਡ ਕਰੰਸੀ ਇੱਥੋਂ ਜਾਂਦੀ ਹੈ। ਇਹ ਚਾਹੁੰਦੇ ਆ ਕਿ ਤੁਸੀਂ ਹੁਣ ਗੋਹਾ ਕੂੜਾ ਗੋਹਾ ਕਿੱਥੋਂ ਪਾ ਦਈਏ, ਡੰਗਰ ਹੀ ਹੈ ਨਹੀਂ। ਬਾਕੀ ਤੁਸੀਂ ਸਾਰੇ ਇੰਡੀਆ ਦੇ ਵਿੱਚ ਟਾਇਲਟ ਬਣਾਤੀਆਂ। ਅੱਗੇ ਬੰਦੇ ਵੀ ਬਾਹਰ ਖੇਤਾਂ 'ਚ ਜਾਂਦੇ ਸੀਗੇ, ਕੁਛ ਤੇ ਖਾਦ ਪਾਉਂਦੇ ਹੀ ਸੀਗੇ। ਉਹ ਤੁਸੀਂ ਕਹਿਤਾ ਵੀ ਨਹੀਂ, ਅਸੀਂ ਹਰ ਘਰ ਦੇ ਵਿੱਚ ਟਾਇਲਟ ਜਿਹੜੀ ਆ ਉਹ ਪਾਉਣੀ ਆ। ਤੇ ਆਰਗੈਨਿਕ ਜਿਹੜਾ ਨੈਚੁਰਲ ਸਿਸਟਮ ਸੀ ਤੁਹਾਡਾ, ਕੁਦਰਤੀ ਇੱਕ ਸਾਈਕਲ ਸੀ, ਉਹ ਤੇ ਤੋੜਤਾ ਤੁਸੀਂ। ਹੁਣ ਉਹਨੂੰ ਦੁਬਾਰਾ ਕਿਵੇਂ ਲਿਆਉਣਾ? ਉਹਦਾ ਕੋਈ ਰਾਹ ਦੱਸੋ। ਲੋਕਾਂ ਨੂੰ ਭੁੱਖੇ ਥੋੜੀ ਮਾਰਨਾ ਤੁਸੀਂ। ਇੱਕ ਸਿਸਟਮ ਚੱਲਿਆ, ਤੇ ਜੇ ਤੁਸੀਂ ਉਹਦਾ ਚੱਕਾ ਘਮਾਉਣਾ ਤੇ ਪੈਸੇ ਕੱਢੋ, ਉਹ ਹਿਸਾਬ ਕਿਤਾਬ ਜਿਹਾ ਲੈ ਲਓ। ਬਥੇਰੇ ਤੁਹਾਡੇ ਕੋਲ ਪੈਸੇ, ਜਾਂ ਵਰਲਡ ਬੈਂਕ ਕੋਲ ਲੈ ਲਓ, ਜਾਂ ਕਿਤੇੋਂ ਵੀ ਲੈ ਲਓ, ਜਾਂ ਅਡਾਨੀ ਅਬਾਨੀ ਕੋ ਕੁਝ ਮੰਗ ਲਓ 5-7 ਲੱਖ ਕਰੋੜ ਰੁਪਈਆ। ਤਾਂ ਪੰਜਾਬ ਜਿਹੜਾ ਹੈ ਦੁਬਾਰਾ ਉਸ ਕਿਸਮ ਦਾ ਹੋ ਜਾਊਗਾ ਜਿਹੋ ਜਿਹਾ ਪਹਿਲਾਂ ਸੀ, ਹਰੇ ਇਨਕਲਾਬ ਤੋਂ ਪਹਿਲੇ ਵਾਲਾ। ਤੇ ਤੁਸੀਂ ਵੀ ਸਾਡੇ ਕੋਲ ਆ ਕੇ ਰਿਹਾ ਕਰਿਓ। ਤੁਹਾਨੂੰ ਗਾਵਾਂ ਦਾ ਦੁੱਧ, ਮੱਝਾਂ ਦਾ ਦੁੱਧ ਪੂਰਾ ਬਿਨਾਂ ਕਿਸੇ ਦਵਾਈ ਤੋਂ, ਬਿਨਾਂ ਕਿਸੇ ਹੋਰ ਹੇਰਾ ਫੇਰੀ ਤੋਂ, ਖਾਦ ਤੋਂ ਤੁਹਾਨੂੰ ਤਾਜ਼ਾ ਦੁੱਧ ਪਿਲਾਇਆ ਕਰਾਂਗੇ। ਪਰੌਂਠੇ ਵੀ ਸਾਡੇ ਦੇਸੀ ਘਿਓ ਦੇ। ਤੁਹਾਨੂੰ ਵੈਲਕਮ ਆ। ਪਰ ਪਹਿਲਾਂ ਤੁਸੀਂ ਸਾਡੀ ਖੇਤੀ ਨੂੰ ਅੱਜ ਵਾਲੇ ਸੰਕਟ ਚੋਂ ਕੱਢੋ, ਤੇ ਫਿਰ ਥੋੜਾ ਪੈਸੇ ਦੇ ਕੇ ਉਹਨਾਂ ਨੂੰ ਪੁਰਾਣੇ ਸਿਸਟਮ 'ਚ ਲੈ ਜਾਓ। ਰੱਬ ਦਾ ਵਾਸਤਾ, ਅਸੀਂ ਵੀ ਬੜੇ ਤੰਗ ਆ। ਸਾਡੇ ਵੀ ਕੈਂਸਰ ਫੈਲਿਆ, ਸਾਡਾ ਵੀ ਪਾਣੀ ਚਲੇ ਗਿਆ, ਧਰਤੀ ਥੱਲੇ ਪਾਣੀ ਚਲੇ ਗਿਆ, ਪੀਣ ਯੋਗ ਨਹੀਂ ਰਿਹਾ। ਜਗ੍ਹਾ ਜਗ੍ਹਾ ਇੰਨੀ ਗੰਦਗੀ ਫੈਲ ਗਈ ਹੈ। ਅਸੀਂ ਖੁਦ ਇਸ ਗੱਲ ਦੇ ਦੁਖੀ ਹਾਂ। ਕੋਈ ਨਹੀਂ ਚਾਹੁੰਦਾ ਕਿ ਧਰਤੀ ਮਾਤਾ ਨੂੰ ਇੰਨਾ ਤਬਾਹ ਕੀਤਾ ਜਾਏ, ਜ਼ਹਿਰ ਫੈਲਾਈ ਜਾਏ। ਸਾਨੂੰ ਦੁੱਖ ਆ, ਪਰ ਰਸਤਾ ਤੁਸੀਂ ਦਿਖਾਉਣਾ ਤੋਮਰ ਸਾਹਿਬ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉਗੇ ਸਿਆਸੀ ਮਾਹਰ ਪ੍ਰੋਫੈਸਰ ਸਿੰਘ। ਜੋ ਕੁਝ ਦਿੱਲੀ ਤੇ ਪੰਜਾਬ ਦੇ ਵਿਚਾਲੇ ਸਮਝੌਤਾ ਹੋਇਆ,
ਜੇ ਗੱਲ ਉਸ ਸਮਝੌਤੇ ਤੋਂ ਹੋਰ ਵੀ ਅੱਗੇ ਦੀ ਆ ਤਾਂ ਨਜ਼ਰ ਸਾਡੀ ਵੀ ਤੇ ਨਜ਼ਰ ਲੋਕਾਂ ਦੀ ਵੀ ਬਣੀ ਹੋਈ ਹੈ ਕਿ ਆਖਿਰਕਾਰ ਭਗਵੰਤ ਮਾਨ ਹੋਰਾਂ ਦੀ ਸਰਕਾਰ ਚੱਲ ਕਿੱਥੋਂ ਰਹੀ ਆ ਤੇ ਕਿੱਥੋਂ ਚੱਲ ਰਹੀ ਆ। ਜੇ ਪੰਜਾਬ ਦੇ ਭਲੇ ਦੀ ਗੱਲ ਹੈ ਜਿਹਦੇ ਵਿੱਚ ਪੰਜਾਬ ਦਾ ਫਾਇਦਾ ਹੁੰਦਾ ਤਾਂ ਅਸੀਂ ਵੀ ਸਰਕਾਰ ਦੇ ਨਾਲ ਖੜਾਂਗੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।